हाकम धिर ते विरोधी धिरां 'च किस कदर टकराਅ की स्थिति बनी हुई है। पार्लीमेंट का सिस्टम ठप्पिया, मणिपुर च वड्डी पद्धर ते हिंसा वायलेंस हुई है और सुप्रीम कोर्ट का दखल वक्रे तौर पर है। तो वो कह रहे कि प्रधानमंत्री ने मुद्दों पर आके क्यों नहीं गल करते। बहुत सारे इशू है जिसमें लैके कौमी पद्धर पर ताना बाना तो उलझा ही है, तो टकराव भी उन्ना ही ज़्यादा उलझा हुआ नज़र आ रहा है। ਜਿਹੜੀਆਂ 26 ਰਾਸ਼ਟਰੀ ਪਾਰਟੀਆਂ ਨੇ ਵੱਖ-ਵੱਖ ਵਿਚਾਰਧਾਰਾ ਦੀਆਂ, ਵੱਖ-ਵੱਖ ਉਹਨਾਂ ਦੀ ਰੀਜਨ, ਉਹਨਾਂ ਦਾ ਆਪਣਾ ਆਪਣਾ ਇਲਾਕਾ ਹੈਗਾ, ਵੱਖ-ਵੱਖ ਸਾਰਾ ਕੁਝ ਹੈ। ਉਹ ਸਿਰਫ ਤੇ ਸਿਰਫ ਸੱਤਾ ਨੂੰ ਹਥਿਆਉਣ ਵਾਸਤੇ ਉਹ ਇਕੱਠੇ ਹੋਏ। ਅਦਰਵਾਈਜ਼ ਉਹ ਕਿਸੇ ਵੀ ਮੁੱਦੇ ਤੇ ਕਦੇ ਵੀ ਇਕੱਠੇ ਨਹੀਂ ਸੀ। देखो जिस औरत नूं असीं पूजदे हां, मतलब ईवन कि मिट्टी की जे मूर्ति बना के ते उन्होंने भी कपड़े पा के ते सजा के ते असीं आदर सम्मान दा फुल माला पा के ते उन्होंने सन्मान करते हैं। उस स्टेज ते तुसीं सोचो भी एक औरत नूं बेपर्दा करके नंगी करके घुमाया जाए देश के पल्ले की। और फिर देखो गल बिल्कुल तुहाडी ठीक है, असीं चलो मान लिया अपोजिशन चीफ जिहड़े न्यायाधीश ने साडे इंद्रचूड़ जी, सुप्रीम कोर्ट ने कहता भी तुसीं 3 महीने की करदे रहे, तुहाडे कोल दर्ज ही नहीं होई, फिर दर्ज नहीं हुई। और वड्डी गल उन्होंने ये कहा भी जिहड़ियां उत्थों दी पीड़तां ने उन्होंने ये गल कही है भी सानूं पुलिस ने ही पीड़त नूं सौंपता। दसो इत्थे जदों बाड़ ही खेत नूं खा जूगी तो कौन किहनूं बचा सकदा? ठीक है, फिर परमात्मा आप ही उत्तर जे बचा लवे, बंदा ते बंदे नूं बचा ही नहीं सकदा। इत्थे ਜਦੋਂ ਕਤਲੇਆਮ ਹੋਇਆ ਸੜਕਾਂ ਦੇ ਉੱਤੇ ਬੇਪਤੀ ਕੀਤੀ ਗਈ ਲੜਕੀਆਂ ਦੀ, ਪੰਜਾਬ ਦੇ ਵਿੱਚ ਔਰਤਾਂ ਨਾਲ ਜੋ ਸਲੂਕ ਕੀਤੇ ਗਏ, 10 ਸਾਲ ਤੱਕ ਜੋ ਢਕਾਨ ਕੀਤਾ ਗਿਆ, ਆਪਾਂ ਉਸ ਚੀਜ਼ ਨੂੰ ਇਗਨੋਰ ਤਾਂ ਕਰ ਨਹੀਂ ਸਕਦੇ। ਮੈਨੂੰ ਇਹ ਬੜਾ ਹਾਸੋਂ ਨਾਲ ਲੱਗ ਰਿਹਾ ਸੀ ਜਦੋਂ ਸਾਡੇ ਕਾਂਗਰਸ ਦੇ ਬੁਲਾਰੇ ਬੋਲ ਰਹੇ ਸੀਗੇ ਵੀ ਮਣੀਪੁਰ 'ਚ ਇਹ ਹੋ ਗਿਆ, ਅਸੀਂ ਉਹਦੇ ਹਮਾਇਤੀ ਨਹੀਂ ਹੈਗੇ, ਅਸੀਂ ਉਹਦੇ ਵਿਰੋਧੀ ਹਾਂ, ਵੀ ਜੋ ਵੀ ਹੋ ਰਿਹਾ ਗਲਤ ਹੋ ਰਿਹਾ, ਨਜਾਇਜ਼ ਹੋ ਰਿਹਾ, ਨਹੀਂ ਹੋਣਾ ਚਾਹੀਦਾ। ਜੋ ਅੱਜ ਹਰਿਆਣੇ 'ਚ ਹੋ ਰਿਹਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਹੋ ਰਿਹਾ, ਇੱਕ ਪੋਲਰਾਈਜੇਸ਼ਨ ਕਰਦੇ ਵੀ ਹੋ ਰਿਹਾ, ਹੋਰ ਕੁਝ ਨਹੀਂ ਹੈਗਾ। ਲੇਕਿਨ ਅਫਸੋਸ ਉਦੋਂ ਹੁੰਦਾ ਜਦੋਂ ਇਹ ਲੋਕ ਕਮਲਨਾਥ ਨੂੰ ਚੀਫ ਮਿਨਿਸਟਰ ਬਣਾਉਣ ਤੋਂ ਤਾੜੀਆਂ ਮਾਰਦੇ ਨੇ, ਉਹਨੂੰ ਵਧਾਈਆਂ ਦਿੰਦੇ ਆ। ਮਨੀਪੁਰ ਦੇ ਵਿੱਚ ਜਦੋਂ ਇਨਸੀਡੈਂਟ ਹੋਇਆ, ਚੰਨੀ ਸਾਹਿਬ ਸੌਰੀ ਮੈਂ ਤੁਹਾਨੂੰ ਮੁਖਾਫਤ ਹੋਊਂਗਾ ਅੱਜ, ਉਦੋਂ ਜ਼ੀਰੋ FIR ਕੱਟੀ ਗਈ ਆ। ਤੁਸੀਂ ਬਾਖੂਬੀ ਜਾਣੂ ਹੋ ਵੀ ਜ਼ੀਰੋ FIR ਕੀ ਹੁੰਦੀ ਆ, ਜਾਣਦੇ ਹੋਏ ਕੀ। ਹਾਲਾਂਕਿ ਉਹਦਾ ਮਨੀਪੁਰ ਦਾ ਸਾਰਾ ਖੇਤਰ ਮੈਨੂੰ ਲੱਗਦਾ ਲੁਧਿਆਣੇ ਨੂੰ ਤੇ ਫਤਿਹਗੜ੍ਹ ਸਾਹਿਬ ਨੂੰ ਜੇ ਇਕੱਠਾ ਕਰ ਲਈਏ ਉਦੋਂ ਵੱਡਾ ਹੈ ਨਹੀਂਗਾ। ਇਹ ਜਾਣਦੇ ਹੋਏ ਕੀ ਵੀ ਉੱਥੇ ਕਲਪ੍ਰਿਟਸ ਕੌਣ ਸੀਗੇ, ਦੋਸ਼ੀ ਕੌਣ ਸੀਗੇ। 18 ਦਿਨਾਂ ਬਾਅਦ ਜ਼ੀਰੋ FIR ਹੋਈ ਆ। ਇਹ ਤੋਂ ਬਾਅਦ ਵੀਡੀਓ ਵਾਇਲੈਂਸ ਹੋਈ ਆ। ਲੇਡੀਜ਼ ਨੂੰ ਹੁਣ ਪਤਾ ਲੱਗ ਰਿਹਾ ਵੀ ਅਕਸਰ ਹੀ ਉੱਥੇ ਐਵੇਂ ਚੱਕ ਕੇ ਲੈ ਜਾਂਦੇ ਆ ਦੂਜੇ ਸਮੁਦਾਇ ਦੇ, ਤੇ ਜੋ ਵੀ ਹੈ ਵੀ ਉੱਥੇ ਇਹੋ ਜਿਹਾ ਕੁਛ ਕਰਦੇ ਆ, ਪਰ ਮਿਊਟ ਦਰਸ਼ਕ ਬਣ ਕੇ ਬੈਠੀ ਆ ਉੱਥੇ ਸਰਕਾਰ ਤੇ ਪੁਲਿਸ ਐਡਮਿਨਿਸਟ੍ਰੇਸ਼ਨ। ਇਹ ਜਿਹੜੇ 20 ਲੱਖ ਕਰੋੜ ਰੁਪਏ ਦੇ ਘਟਾਲੇ ਹੋਏ ਨੇ, ਉਹਨਾਂ ਦੇ ਵਿੱਚ ਜਿਹੜੇ ਡਿਫਰੈਂਟ ਕੋਰਟਸ ਦੇ ਵਿੱਚ, ਕੋਈ ED ਦੇ ਵਿੱਚ, ਕੋਈ CBI ਦੇ ਵਿੱਚ, ਕੋਈ ਜੁਡੀਸ਼ੀਅਲ ਕੋਰਟ, ਕੋਈ ਹਾਈ ਕੋਰਟ, ਕੋਈ ਸੁਪਰੀਮ ਕੋਰਟ, ਥਾਂ ਤੇ ਜਿਹੜੇ ਉਹਨਾਂ 'ਤੇ ਕੇਸ ਚੱਲਦੇ ਨੇ, ਤੇ ਜਿਨ੍ਹਾਂ ਦੇ ਵਿੱਚ ਬਹੁਤ ਲਾਈਕਲੀਹੁੱਡ ਹੈ ਕਿ ਉਹਨਾਂ ਨੂੰ ਸਜ਼ਾ ਵੀ ਮਿਲੇਗੀ। ਉਸ ਚੀਜ਼ ਦਾ ਉਹਨਾਂ ਸਾਰਿਆਂ ਨੂੰ ਬਹੁਤ ਲੰਬਾ ਚੌੜਾ ਫਿਕਰ ਹੈ। ਪ੍ਰਧਾਨ ਮੰਤਰੀ ਆ ਕੇ ਦੇਣ ਬਿਆਨ, ਆਦਰਨੀ ਨੇ ਦੇਣ ਬਿਆਨ, ਫਿਰ ਉਹਦੀ ਤਾਂ ਚਰਚਾ ਕਰਾਂਗੇ। ਇੰਨੇ ਦਿਨ ਮਤਲਬ ਇਹਨਾਂ ਨੇ ਜਿਹੜੇ ਇਹਨਾਂ ਦੇ ਨਾਮ ਲਸ਼ਕਰ ਉਹ ਤਾਂ ਸੋਚਣਗੇ ਵੀ ਅਸੀਂ ਬੋਲਣਾ ਕੀ ਹੈ। 9 ਤਰੀਕ ਤੱਕ ਹਮਲੇ ਕਰ ਲਈ। ਆ ਸਮ੍ਰਿਤੀ ਇਰਾਨੀ, ਮੈਂ ਹੈਰਾਨ ਆ, ਕਾਦੀ ਲੜੀ ਪਿਆ। ਇਹ ਔਰਤਾਂ ਵਾਸਤੇ ਬੋਲ ਨਹੀਂ ਸਕਦੇ, ਅਸਤੀਫਾ ਹੀ ਦੇ ਦੇਣਾ ਚਾਹੀਦਾ ਇਹਨਾਂ ਨੂੰ। ਇਹੋ ਜਿਹਾ ਸ਼ਰਮਨਾਕ ਕਾਂਡ ਹੋਣ ਤੋਂ ਬਾਅਦ ਵੀ ਇਹ ਉੱਥੇ ਖੁੱਲ੍ਹ ਕੇ ਬੋਲਣ ਡਿਆ। ਔਰ ਜਗਤਾਰ ਜੀ, ਸਿੱਧੂ ਸਾਹਿਬ, ਕੋਈ ਵੀ ਬੰਦਾ ਉੱਚੀ ਬੋਲ ਕੇ ਜਾਂ ਭੌਵਾਂ ਤਾਣ ਕੇ ਜਾਂ ਅੱਖਾਂ ਕੱਢ ਕੇ ਕਿਸੇ ਨੂੰ ਡਰਾ ਨਹੀਂ ਸਕਦਾ। ਅਸੀਂ ਹੁਣ ਕਿਹਾ ਡਰੋ ਨਾ, ਲਾਸਟ ਆ। ਇਸ ਦੇਸ਼ ਦੇ ਵਿੱਚ ਨਫ਼ਰਤ ਦੀ ਦੁਕਾਨ ਬੰਦ ਹੋ ਕੇ ਤੇ ਅਸੀਂ ਪਿਆਰ ਦੀ ਤੇ ਸਤਿਕਾਰ ਦੀ ਤੇ ਮੁਹੱਬਤ ਦੀ ਦੁਕਾਨ ਖੋਲਾਂਗੇ। ਹਰ ਦੇਸ਼ ਦੇ ਨੁੱਕਰ ਤੇ ਖੋਲੇ। ਜਿਹੜੇ ਵੀ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਨੇ, ਜਿਹੜੀਆਂ ਦਿੱਲੀ ਦੇ ਉੱਤੋਂ ਦੀ ਆਪਰੇਟ ਹੁੰਦੀਆਂ ਨੇ, ਉਹਨਾਂ ਨੇ ਪੰਜਾਬ ਦਾ ਵੀ ਕੋਈ ਭਲਾ ਨਹੀਂ ਕੀਤਾ ਕਦੀ ਵੀ। ਚਾਹੇ ਉਹ ਫਿਰ ਭਾਰਤੀ ਜਨਤਾ ਪਾਰਟੀ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਅੱਜ ਦੀ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਹੈ। ਇਹ ਸਾਰੀਆਂ ਘੱਟ ਗਿਣਤੀਆਂ ਦੇ ਔਰ ਪੰਜਾਬ ਵਿਰੋਧੀ ਜਾਂ ਉਹ ਜਿਹੜੀਆਂ ਸਟੇਟਾਂ ਜਿੱਥੇ ਘੱਟ ਗਿਣਤੀ ਜਿਹੜੀ ਤਾਦਾਦ ਹੈਗੀ ਹੈ, ਉਹਨਾਂ ਸਟੇਟਾਂ ਦੇ ਹਮੇਸ਼ਾ ਵਿਰੋਧ 'ਚ ਰਹਿਣਗੀਆਂ। ਮੈਂ ਸਿੱਧੂ ਸਾਹਿਬ ਇੱਥੇ ਦੱਸਣਾ ਇਹ ਚਾਹੁੰਦਾ ਵੀ ਨਾਓ ਮੇਵਾੜ ਦਾ ਉਹ ਇਲਾਕਾ ਵਾ ਜਿਹੜਾ ਅਤਿਅੰਤ ਗਰੀਬੀ ਭਰਿਆ ਇਲਾਕਾ ਵਾ,
ਤੇ ਉੱਥੇ 70-80% ਪਾਪੂਲੇਸ਼ਨ ਮੁਸਲਿਮ ਪਾਪੂਲੇਸ਼ਨ ਹੈਗੀ ਆ। ਚੰਨੀ ਸਾਹਿਬ, ਹਰੇਕ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਨਾਓ ਦੇ ਨੇੜੇ ਹੀ ਇੱਕ ਨਾਲਾਗੜ੍ਹ ਕਰਕੇ ਪਿੰਡ ਆ, ਜਿੱਥੇ ਇੱਕ ਪ੍ਰਾਚੀਨ ਸ਼ਿਵ ਮੰਦਿਰ ਆ, ਜਿੱਥੇ ਯਾਤਰਾ ਨਿਕਲਦੀ ਆ, ਉੱਥੇ ਸ਼ਿਵ ਭਗਤ ਇਕੱਠੇ ਹੁੰਦੇ ਆ। ਤੇ ਪਿਛਲੀ ਵਾਰੀ ਉਹ ਸ਼ਿਵ ਵੀ ਇਹੋ ਜਿਹਾ ਕੁਝ ਹੋਇਆ ਸੀਗਾ ਤੇ ਮੌਕੇ ਤੇ ਸਿਚੁਏਸ਼ਨ ਸੰਭਾਲ ਲਈ ਗਈ ਸੀਗੀ। ਇੱਕ ਮੁਸਲਿਮ ਮਜ਼ਾਰ ਜਿਹੜੀ ਸੀਗੀ ਉਹ ਤੋੜ ਦਿੱਤੀ ਗਈ ਸੀਗੀ ਸ਼ਿਵ ਭਗਤਾਂ ਵੱਲੋਂ। ਗੱਲ ਕੀ, ਪਿਛਲੀ ਵਾਰੀ ਮਸਲਾ ਠੰਡਾ ਹੋ ਗਿਆ ਸੀਗਾ, ਐਡਮਿਨਿਸਟ੍ਰੇਸ਼ਨ ਐਕਟਿਵ ਸੀਗਾ, ਐਤਕੀ ਐਕਟਿਵ ਨਹੀਂ ਸੀਗਾ। ਇਦੋਂ ਵੀ ਵੱਧ ਕੇ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਵੀ ਉਹ ਨਾਓ ਦਾ ਇਲਾਕਾ ਹਰਿਆਣੇ ਦੇ ਵਿੱਚ 20 ਜ਼ਿਲ੍ਹੇ ਨੇ ਤੇ ਇੱਕ ਜ਼ਿਲ੍ਹਾ ਇਹੋ ਜਿਹਾ ਵਾ ਜਿਹੜਾ ਨੀਤੀ ਆਯੋਗ ਨੇ ਸਭ ਤੋਂ ਵੱਧ ਗਰੀਬ ਡਿਕਲੇਅਰ ਕੀਤਾ ਹੋਇਆ, ਬੈਕਵਰਡ ਡਿਸਟ੍ਰਿਕਟ ਡਿਕਲੇਅਰ ਕੀਤਾ ਹੋਇਆ। ਸਰਕਾਰ ਦੀ ਉੱਥੇ ਕੋਈ ਸਪੈਸ਼ਲ ਤਵੱਜੋ ਨਹੀਂ, ਕਿਉਂਕਿ ਉੱਥੇ 80% ਪਾਪੂਲੇਸ਼ਨ ਮੁਸਲਿਮ ਪਾਪੂਲੇਸ਼ਨ ਆ ਤੇ ਉੱਥੇ ਕੋਈ ਵੀ ਚੀਜ਼ ਟ੍ਰਿਗਰ ਹੁੰਦੀ ਆ ਤਾਂ ਪੂਰੀ ਉਹ ਹਰਿਆਣਾ ਤੇ ਪੰਜਾਬ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਕਰਦੀ ਆ, ਐਜ਼ ਇਟ ਇਜ਼ ਜਿਵੇਂ ਆਪਣਾ ਇੱਕ ਮਰੇਲਕੋਟਲਾ ਟਾਊਨ ਹੈਗਾ ਵਾ। ਤੇ ਐਤਕੀ ਜਿਹੜਾ ਉੱਥੇ ਐਡਮਿਨਿਸਟ੍ਰੇਸ਼ਨ ਸੀਗਾ, ਪ੍ਰਤੀਤ ਇਹ ਹੁੰਦਾ ਪਰਸੈਮਾ ਪਰਸਾਈ, ਹਜੇ ਇਨਵੈਸਟੀਗੇਸ਼ਨਾਂ ਹੋਣੀਆਂ ਬਾਕੀ ਆ, ਵੀ ਕਿਤੇ ਨਾ ਕਿਤੇ ਢਿੱਲ ਦਿੱਤੀ ਗਈ ਸੀਗੀ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਲੋ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਅੱਜ ਕੌਮੀ ਰਾਜਨੀਤੀ ਦੀ ਗੱਲ ਕਰਾਂਗੇ, ਕਿਸ ਤਰ੍ਹਾਂ ਹਾਕਮ ਧਿਰ ਤੇ ਵਿਰੋਧੀ ਪਾਰਟੀਆਂ, ਵਿਰੋਧੀ ਧਿਰਾਂ ਇੱਕ ਵੱਡਾ ਟਕਰਾਅ ਸਮਝਿਆ ਜਾਵੇ ਕਿ ਜਿਹੜਾ ਅਗਲਾ ਸਾਲ 24 ਪਾਰਲੀਮੈਂਟ ਦੀਆਂ ਚੋਣਾਂ ਦੇ ਮੱਦੇਨਜ਼ਰ ਲਕੀਰ ਖਿੱਚੀ ਗਈ ਹੈ। ਪਰ ਜਦੋਂ ਆਪਾਂ ਦੇਖਦੇ ਹਾਂ ਪਿਛਲੇ ਕਈ ਦਿਨਾਂ ਤੋਂ ਪਾਰਲੀਮੈਂਟ ਪੂਰੀ ਤਰ੍ਹਾਂ ਠੱਪ ਪਈ ਹੈ, ਚਾਹੇ ਮਨੀਪੁਰ ਦੀ ਗੱਲ ਹੋਵੇ, ਹਰਿਆਣਾ ਦਾ ਮਾਮਲਾ ਹੋਵੇ ਜਾਂ ਆਰਡੀਨੈਂਸ ਦਾ ਮੁੱਦਾ ਹੋਵੇ, ਸਾਰੇ ਮੁੱਦਿਆਂ ਤੇ ਇੱਕ ਟਕਰਾਅ ਦੀ ਸਥਿਤੀ ਲਗਾਤਾਰ। ਕਿਧਰੇ ਇਹ ਵੀ ਸਵਾਲ ਉੱਠਦੇ ਹੈ ਵਿਰੋਧੀ ਧਿਰਾਂ ਵੱਲੋਂ ਕਿ ਕੀ ਇਸ ਦੇਸ਼ ਦੇ ਅੰਦਰ ਜਿੱਥੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਹੈ, ਗਵਰਨਰਾਂ ਦੇ ਰਾਹੀਂ, ਰਾਜਪਾਲਾਂ ਦੇ ਰਾਹੀਂ ਉੱਥੇ ਦਾ ਸਵਾਲ ਉਠਾਏ ਜਾ ਰਹੇ ਹੈ, ਪਰ ਪਾਰਲੀਮੈਂਟ ਦੇ ਅੰਦਰ ਵਿਰੋਧੀ ਧਿਰਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ, ਜਾਂ ਗਵਰਨਰ ਹਰਿਆਣੇ ਦਾ ਹੋਵੇ ਤੇ ਮਨੀਪੁਰ ਦਾ ਹੋਵੇ, ਉੱਥੇ ਚਿੱਠੀ ਪੱਤਰ ਖਤੋ ਖਤਾਬਤ ਕਿਉਂ ਨਹੀਂ ਹੁੰਦਾ। ਖੈਰ, ਨਜ਼ਰੀਆ ਆਪਣਾ ਆਪਣਾ ਇਹਨਾਂ ਮੁੱਦਿਆਂ ਦੇ ਜਿਹੜੇ ਮਹਿਮਾਨ ਆਪਣੇ ਨਾਲ ਜੁੜ ਚੁੱਕੇ, ਆਓ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਜੀ ਆਖਦੇ ਹਾਂ ਉਹਨਾਂ ਨੂੰ। ਸਾਡੇ ਨਾਲ SS ਚੰਨੀ ਜੀ ਨੇ, ਭਾਰਤੀ ਜਨਤਾ ਪਾਰਟੀ ਦੇ ਜਾਣੇ ਪਹਿਚਾਣੇ ਚਿਹਰੇ, ਪ੍ਰਸ਼ਾਸਕੀ ਲੰਬਾ ਤਜਰਬਾ, ਕੱਦਾਵਰ ਬੁਲਾਰੇ। ਇਸੇ ਤਰੀਕੇ ਨਾਲ ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਕੱਦਾਵਰ ਬੁਲਾਰੇ ਨਰਿੰਦਰ ਸੰਧੂ ਜੀ, ਹਰਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸਾਡੇ ਜਾਣੇ ਪਹਿਚਾਣੇ ਚਿਹਰੇ। ਇਸੇ ਤਰੀਕੇ ਨਾਲ ਡਾਕਟਰ ਬੂਟਾ ਸਿੰਘ ਬਰਾਗੀ, ਰਾਜਸੀ ਵਿਸ਼ਲੇਸ਼ਕ, ਉਹ ਵੀ ਸਾਡੇ ਨਾਲ ਜੁਆਇਨ ਕਰਨ ਲੱਗੇ ਆ। ਸਾਰੇ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਤੇ ਮੇਰੀ ਟੀਮ ਵੱਲੋਂ ਸਾਰਿਆਂ ਨੂੰ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਚੰਨੀ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਪੰਜਾਬੀ ਜਦੋਂ ਕਹਿੰਦੇ ਕਿ ਕਾਇਦੇ ਮੁਤਾਬਕ ਬਣਦਾ ਵੀ ਤੁਹਾਡੇ ਕੋਲੋਂ ਹੈ, ਹਾਕਮ ਧਿਰ ਤੇ ਵਿਰੋਧੀ ਧਿਰਾਂ 'ਚ ਕਿਸ ਕਦਰ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਪਾਰਲੀਮੈਂਟ ਦਾ ਸਿਸਟਮ ਠੱਪਿਆ, ਮਨੀਪੁਰ 'ਚ ਵੱਡੀ ਪੱਧਰ 'ਤੇ ਹਿੰਸਾ ਵਾਇਲੈਂਸ ਹੋਈ ਹੈ, ਔਰ ਸੁਪਰੀਮ ਕੋਰਟ ਦਾ ਦਖਲ ਵੱਖਰੇ ਤੌਰ 'ਤੇ ਹੈ, ਤੇ ਉਹ ਕਹਿ ਰਹੇ ਕਿ ਪ੍ਰਧਾਨ ਮੰਤਰੀ ਇਹਨਾਂ ਮੁੱਦਿਆਂ 'ਤੇ ਆ ਕੇ ਕਿਉਂ ਨਹੀਂ ਗੱਲ ਕਰਦੇ। ਬਹੁਤ ਸਾਰੇ ਇਸ਼ੂ ਹੈ ਜਿਸ ਨੂੰ ਲੈ ਕੇ ਕੌਮੀ ਪੱਧਰ 'ਤੇ ਤਾਣਾ ਬਾਣਾ ਤਾਂ ਉਲਝਿਆ ਹੀ ਹੈ, ਅਤੇ ਟਕਰਾਅ ਵੀ ਉਨਾ ਹੀ ਜ਼ਿਆਦਾ ਉਲਝਿਆ ਵਾ ਨਜ਼ਰ ਆ ਰਿਹਾ। ਚੰਨੀ ਸਾਹਿਬ, ਕਿਵੇਂ ਦੇਖਦੇ ਹੋ ਇਸ ਮੌਜੂਦਾ ਸਥਿਤੀ ਨੂੰ? ਦੇਖੋ ਜਗਤਾਰ ਜੀ, ਗੱਲ ਇਹ ਹੈਗੀ ਹੈ ਕਿ ਜਿਹੜਾ ਤਾਣਾ ਬਾਣਾ ਉਲਝਿਆ ਆਪਾਂ ਕਹਿੰਦੇ ਆ ਜੀ, ਉਹਦੇ ਵਿੱਚ ਜਿਹੜੀਆਂ 26 ਰਾਜਸੀ ਪਾਰਟੀਆਂ ਨੇ, ਵੱਖ-ਵੱਖ ਵਿਚਾਰਧਾਰਾ ਦੀਆਂ, ਵੱਖ-ਵੱਖ ਉਹਨਾਂ ਦੀ ਰੀਜਨਲ, ਉਹਨਾਂ ਦਾ ਆਪਣਾ ਆਪਣਾ ਇਲਾਕਾ ਹੈਗਾ, ਵੱਖ-ਵੱਖ ਸਾਰਾ ਕੁਝ ਹੈ। ਉਹ ਸਿਰਫ ਤੇ ਸਿਰਫ ਸੱਤਾ ਨੂੰ ਹਥਿਆਉਣ ਵਾਸਤੇ ਉਹ ਇਕੱਠੇ ਹੋਏ, ਅਦਰਵਾਈਜ਼ ਉਹ ਕਿਸੇ ਵੀ ਮੁੱਦੇ ਤੇ ਕਦੇ ਵੀ ਇਕੱਠੇ ਨਹੀਂ ਸੀ।
ਯੂਪੀਏ ਦੇ ਵਿੱਚ 1-2 ਦੇ ਵਿੱਚ ਪਾਵਰ ਸ਼ੇਅਰਿੰਗ ਸੀਗੀ, ਪਰ ਉਹ ਇੱਕ ਮਤ ਨਹੀਂ ਸੀਗਾ। ਕਦੇ ਇੱਕ ਮਤ ਨਾਲ ਨਹੀਂ ਚੱਲੇ, ਇੱਕ ਵਿਚਾਰਧਾਰਾ ਨਾਲ ਨਹੀਂ ਚੱਲੇ, ਇੱਕ ਫਿਲਾਸਫੀ ਦੇ ਨਾਲ ਨਹੀਂ ਚੱਲੇ, ਇੱਕ ਆਈਡੀਓਲੋਜੀ ਦੇ ਨਾਲ ਨਹੀਂ ਚੱਲੇ। ਹੁਣ ਉਹਨਾਂ ਨੂੰ ਇਹ ਡਰ ਸਤਾਉਣ ਲੱਗ ਗਿਆ ਕਿ ਜਿਹੜੀਆਂ 2024 ਦੇ ਵਿੱਚ ਆਪਣੀ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ, ਇਹਦੇ ਨਾਲ ਵੀ ਜੇ ਐਤਕੀ ਵਾਰ ਜਿਹਦੇ ਕਿ ਚਾਂਸਸ ਪੂਰੇ ਹੈਗੇ ਨੇ ਕਿ ਜੇ ਮੋਦੀ ਸਾਹਿਬ ਦੀ ਦੁਬਾਰਾ ਸਰਕਾਰ ਬਣਦੀ ਹੈ ਤੇ ਸਾਡਾ ਕੀ ਬਣੂਗਾ, ਇੱਕ ਗੱਲ। ਦੂਜੀ ਗੱਲ ਇਹ ਹੈਗੀ ਹੈ ਕਿ ਉਹਨਾਂ ਨੂੰ ਉਸ ਤੋਂ ਜ਼ਿਆਦਾ ਜਿਹੜੀ ਗੱਲ ਸਤਾ ਰਹੀ ਹੈ ਉਹ ਹੈਗੀ ਹੈ ਕਿ ਜਿਹੜੇ 20 ਲੱਖ ਕਰੋੜ ਰੁਪਏ ਦੇ ਘਟਾਲੇ ਹੋਏ ਨੇ, ਉਹਨਾਂ ਦੇ ਵਿੱਚ ਜਿਹੜੇ ਡਿਫਰੈਂਟ ਕੋਰਟਸ ਦੇ ਵਿੱਚ ਕੋਈ ਈਡੀ ਦੇ ਵਿੱਚ, ਕੋਈ ਸੀਬੀਆਈ ਦੇ ਵਿੱਚ, ਕੋਈ ਜੁਡੀਸ਼ੀਅਲ ਕੋਰਟ, ਕੋਈ ਹਾਈ ਕੋਰਟ, ਕੋਈ ਸੁਪਰੀਮ ਕੋਰਟ, ਥਾਂ ਤੇ ਜਿਹੜੇ ਉਹਨਾਂ ਤੇ ਕੇਸ ਚੱਲਦੇ ਨੇ ਤੇ ਜਿਨ੍ਹਾਂ ਦੇ ਵਿੱਚ ਬਹੁਤ ਲਾਈਕਲੀਹੁੱਡ ਹੈ ਕਿ ਉਹਨਾਂ ਨੂੰ ਸਜ਼ਾ ਵੀ ਮਿਲੇਗੀ, ਉਸ ਚੀਜ਼ ਦਾ ਉਹਨਾਂ ਸਾਰਿਆਂ ਨੂੰ ਬਹੁਤ ਲੰਬਾ ਚੌੜਾ ਫਿਕਰ ਹੈ। ਜਿਸ ਕਰਕੇ ਚਾਹੇ ਉਹ ਵੈਸਟ ਬੰਗਾਲ ਹੋਵੇ, ਚਾਹੇ ਉਹ ਯੂਪੀ ਦੇ ਹੋਣ ਆਪਣੇ ਯਾਦਵ, ਚਾਹੇ ਆਪ ਵਾਲੇ ਹੋਣ, ਚਾਹੇ ਕੋਈ ਹੋਵੇ, ਸਾਰੇ ਇਕੱਠੇ ਹੋ ਗਏ। ਪਰ ਹੁਣ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਜਿਹੜਾ ਸਾਡਾ ਇਕੱਠ ਹੈਗਾ, ਇਹ ਇਕੱਠ ਨਿਭਣ ਵਾਲਾ ਨਹੀਂ ਹੈਗਾ। ਅਜੇ ਤਾਂ ਜਦੋਂ ਸੀਟ ਦੀ ਅਲਾਟਮੈਂਟ ਹੋਣੀ ਹੈ ਉਦੋਂ, ਔਰ ਉਦੋਂ ਪਹਿਲਾਂ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਟੁੱਟ ਕੇ ਉਹਨਾਂ ਨਾਲੋਂ ਫਿਰ ਉਹ ਬੀਜੇਪੀ ਦੇ ਗੱਠਜੋੜਾ ਜਿਹੜਾ ਗਠਬੰਧਨ ਹੈ ਐਨਡੀਏ ਦਾ, ਉਹਦੇ ਵਿੱਚ ਸ਼ਾਮਲ ਹੋ ਗਈਆਂ ਨੇ। 25-30 ਜਿਹੜੇ ਮੈਂਬਰ ਪਾਰਲੀਮੈਂਟ ਨੇ ਔਰ ਈਵਨ 9 ਜਿਹੜੇ ਰਾਜ ਸਭਾ ਦੇ ਮੈਂਬਰ ਨੇ, ਉਹ ਪਾਰਟੀ ਵੀ ਉਹਨਾਂ ਨੇ ਕਿਹਾ ਕਿ ਅਸੀਂ ਬੀਜੇਪੀ ਨੂੰ ਹਰ ਥਾਂ ਤੇ ਸਪੋਰਟ ਪਾਰਲੀਮੈਂਟ ਦੇ ਅੰਦਰ ਬਾਹਰ ਕਰਾਂਗੇ। ਜੀ ਚੰਨੀ ਸਾਹਿਬ, ਇੱਕ ਸਵਾਲ ਬਿਲਕੁਲ ਤੁਹਾਡਾ ਵਾਜਬ ਪੁਆਇੰਟ ਹੈ। ਇੱਕ ਸਵਾਲ ਹੈ, ਦੇਖੋ ਜਦੋਂ ਤੁਸੀਂ ਯੂਪੀਏ ਦੀ ਗੱਲ ਕੀਤੀ ਹੈ, ਜਦੋਂ ਭਾਜਪਾ ਵਿਰੋਧੀ ਧਿਰ ਸੀ, ਬੀਇੰਗ ਏ ਜਰਨਲਿਸਟ ਮੈਂ ਦੇਖਦਾ, ਤੁਸੀਂ ਵੀ ਜਾਣਦੇ ਹੋ ਕਿ ਉਦੋਂ ਵੀ ਪਾਰਲੀਮੈਂਟ ਲੰਬਾ ਸਮਾਂ ਠੱਪ ਰਹਿੰਦੀ ਰਹੀ ਹੈ। ਤੇ ਹੁਣ ਜਦੋਂ ਵਿਰੋਧੀ ਧਿਰਾਂ ਪਾਰਲੀਮੈਂਟ ਨੂੰ ਠੱਪ ਕਰ ਰਹੀਆਂ ਤੇ ਤੁਸੀਂ ਕਹਿ ਰਹੇ ਹੋ ਕਿ ਸੱਤਾ ਦੀ ਖਾਤਰ ਕਰ ਰਹੀਆਂ, ਭਾਜਪਾ ਵੀ ਇਸੇ ਤਰੀਕੇ ਨਾਲ ਪਾਰਲੀਮੈਂਟ ਨੂੰ ਬ੍ਰੇਕਾਂ ਲਾਉਂਦੀ ਰਹੀ ਹੈ। ਚੰਨੀ ਸਾਹਿਬ, ਦੇਖੋ ਗੱਲ ਇਹ ਹੈਗੀ ਹੈ ਕਿ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਉਹਨੇ ਆਪਦਾ ਦੇਖਣਾ ਹੈ ਕਿ ਜਿਹੜੇ ਉਹਦੇ ਬਰਾਉਨੀ ਪੁਆਇੰਟਸ ਆਪਾਂ ਕਹਿੰਦੇ ਆ ਕਿ ਸਕੋਰ ਕਿੱਥੇ ਹੋ ਸਕਦਾ। ਉਹਨਾਂ ਨੂੰ ਇਹ ਪਤਾ ਹੈ ਸਾਰਿਆਂ ਨੂੰ ਕਿ ਜੇ ਅਸੀਂ ਪਾਰਲੀਮੈਂਟ ਦੇ ਅੰਦਰ ਰੂਲ ਜਿਹੜਾ 167 ਹੈ ਉਹਦੇ ਤਹਿਤ ਜੇ ਅਸੀਂ ਡਿਸਕਸ਼ਨ ਕਰਦੇ ਹਾਂ ਮਨੀਪੁਰ ਦੇ ਮੁੱਦੇ ਤੇ ਸਾਡੀ ਉਹਦੇ ਵਿੱਚ ਉਨੀ ਜਿੱਤ ਨਹੀਂ ਬਣ ਸਕਦੀ ਜਿੰਨੀ ਕਿ ਸਾਡੀ ਜਿਹੜੀ ਹੈਗੀ ਆ, ਅਸੀਂ ਜਿਹੜਾ ਰੌਲਾ ਪਾ ਰਹੇ ਹਾਂ ਕਿਉਂਕਿ ਮੁੱਦੇ ਨੂੰ ਉਛਾਲੀ ਜਾਓ। ਹੁਣ ਅਮਿਤ ਸ਼ਾਹ ਜੀ ਨੇ ਕਹਿਤਾ, ਬਾਕੀ ਮਿਨਿਸਟਰਾਂ ਨੇ ਕਹਿਤਾ, ਹੁਣ ਤਾਂ ਇਹਨਾਂ ਨੇ ਖੈਰ ਨੋ ਕੌਨਫੀਡੈਂਸ ਮੋਸ਼ਨ ਹੀ ਇੰਟਰੋਡਿਊਸ ਕਰਾਤੀ, ਉਹਦੀ 8 ਤਰੀਕ ਨੂੰ ਬਹਿਸ ਹੋਣੀ ਹੈ, 10 ਤਰੀਕ ਨੂੰ ਆਨਰੇਬਲ ਪ੍ਰਾਈਮ ਮਿਨਿਸਟਰ ਉਹਦਾ ਜਵਾਬ ਦੇਣਗੇ। ਮੈਂ ਇਹ ਚਾਹੁੰਦਾ ਕਿ ਦੇਖੋ, ਮੈਂ ਬਹੁਤ ਇਸ ਗੱਲ ਨੂੰ ਮੰਦਭਾਗੀ ਗੱਲ ਸਮਝਦਾ ਹੈ ਕਿ ਮਨੀਪੁਰ ਦੇ ਵਿੱਚ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੇ ਉਹਨਾਂ ਦੀ ਬੇਇੱਜ਼ਤੀ ਹੋਈ ਹੈ, ਰੇਪ ਹੋਇਆ, ਸਭ ਕੁਝ ਹੋਇਆ, ਪਰ ਜਿਹੜੀ ਸਾਡੀ ਮਾਂ ਭੈਣ ਹੈਗੀ ਆ ਉਹ ਕੇਵਲ ਇੱਕ ਸਟੇਟ 'ਚ ਨਹੀਂ ਹੈਗੀ, ਉਹ ਪੰਜਾਬ 'ਚ ਵੀ ਹੈ, ਹਰਿਆਣੇ 'ਚ ਵੀ ਹੈ, ਰਾਜਸਥਾਨ 'ਚ ਵੀ ਹੈ, ਵੈਸਟ ਬੰਗਾਲ 'ਚ ਵੀ ਹੈ, ਹਰ ਥਾਂ ਤੇ। ਅਸੀਂ ਸਾਡੀ ਜਿਹੜੀ ਨਾਰੀ ਸ਼ਕਤੀ ਹੈਗੀ ਹੈ, ਜਿਹਦੇ ਬਿਨਾਂ ਸਾਡੀ ਗੱਤ ਨਹੀਂ ਹੈਗੀ। ਗੁਰੂ ਸਾਹਿਬ ਨੇ ਵੀ ਕਿਹਾ ਕਿ ਸੋ ਕੋ ਮੰਦਾ ਆਖੀਏ ਜਿਤ ਜਮੈ ਰਾਜਾਨ। ਚੰਨੀ ਸਾਹਿਬ, ਬਿਲਕੁਲ ਅਸੀਂ ਇੱਕ ਮੁੱਦੇ ਤੇ ਕਿਉਂ ਨਹੀਂ ਬਹਿਸ ਕਰਦੇ? ਮਤਲਬ ਬਿਲਕੁਲ ਠੀਕ ਚੰਨੀ ਸਾਹਿਬ, ਬਿਲਕੁਲ ਵਾਜਿਬ ਗੱਲ। ਪਰ ਆਪਾਂ ਜਦੋਂ ਜਿਸ ਮੁੱਦੇ ਤੇ ਜੋ ਇਸ਼ੂ ਹੁੰਦਾ, ਦੇਖੋ ਇਸ਼ੂ ਤੇ ਤਾਂ ਗੱਲ ਤੁਹਾਡਾ ਬੜਾ ਤਜਰਬਾ ਹੈ, ਇਸ਼ੂ ਤੇ ਤਾਂ ਦੇਖੋ ਗੱਲ ਹੋਏਗੀ। ਬਾਕੀ ਜਦੋਂ ਆਪਾਂ ਗੱਲ ਕਰਦੇ ਹਾਂ ਸਾਰੇ ਦੇਸ਼ ਦੀ, ਫਿਰ ਕਿਧਰੇ ਜਾ ਕੇ ਕੌਮਾਂਤਰੀ ਇਸ਼ੂ ਤੇ ਵੀ ਗੱਲ ਤਾਂ ਹੋ ਸਕਦੀ ਹੁੰਦੀ ਹੈ। ਪਰ ਜਿਸ ਮੁੱਦੇ ਤੇ ਗੱਲ ਦੇਖੋ, ਜੇ ਹਰਿਆਣਾ 'ਚ ਅੱਗਾਂ ਲੱਗੀਆਂ, ਹਿੰਸਾ ਭੜਕੀ ਵੀ ਹੈ, ਤਾਂ ਸੁਭਾਵਿਕ ਹੈ ਕਿ ਉੱਥੋਂ ਦੀ ਸਰਕਾਰ ਹੈ ਉਹਦੇ 'ਤੇ ਸਵਾਲ ਉੱਠਣਗੇ। ਮਨੀਪੁਰ ਦੇ ਜੋ ਕੁਝ ਵਾਪਰਿਆ ਹੈ, ਹੁਣ ਸੁਪਰੀਮ ਕੋਰਟ ਦਾ ਕੋਈ ਪਾਰਟੀ ਨਹੀਂ ਨਾ ਜੀ। ਸੁਪਰੀਮ ਕੋਰਟ ਕਹਿ ਰਹੀ ਕਿ 3 ਮਹੀਨੇ ਤੁਸੀਂ ਨਲਾਇਕੀ ਹੈ ਸਰਕਾਰ ਦੀ, ਕੀ ਹੋਇਆ? ਹੁਣ ਸੁਪਰੀਮ ਕੋਰਟ ਨੇ ਤਾਂ ਸੱਤਾ 'ਚ ਨਹੀਂ ਆਉਣਾ। ਸੋ ਇਸ ਕਰਕੇ ਇਸ ਮੁੱਦੇ 'ਤੇ ਸਵਾਲ ਤਾਂ ਚੰਨੀ ਜੀ ਉੱਠਣਗੇ। ਮੈਂ ਆਵਾਂਗਾ ਤੁਹਾਡੇ ਵੱਲ ਇਹਨਾਂ ਮੁੱਦਿਆਂ 'ਤੇ, ਬਾਕੀ ਮਹਿਮਾਨਾਂ ਦੀ ਵੀ ਰਾਏ ਲੈ ਲਈਏ, ਫਿਰ ਤੁਹਾਡੇ ਲਈ ਵੀ ਸੌਖਾ ਰਹੇਗਾ। ਆਪਾਂ ਇਕੱਠੀ ਇਸ ਮੁੱਦੇ 'ਤੇ ਜਵਾਬ ਤੁਸੀਂ ਦੇ ਸਕਦੇ ਹੋ। ਨਰਿੰਦਰ ਸੰਧੂ ਜਿਹਨਾਂ ਮਾਮਲਿਆਂ 'ਤੇ ਗੱਲ ਕੀਤੀ ਹੈ, ਆਪਾਂ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਵਿਰੋਧੀ ਧਿਰਾਂ ਦੀ ਗੱਲ ਕਰਦੇ ਹਾਂ, ਤਾਂ ਭਾਜਪਾ ਦੇ ਬੁਲਾਰੇ ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਸੱਤਾ ਦੀ ਖਾਤਰ ਲੜਾਈ ਹੈ, ਇਹ ਮੌਕਾ ਪਰ ਧਿਰਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਨਾਲ ਜੁੜੀਆਂ ਹੋਈਆਂ ਧਿਰਾਂ ਜਿਹੜੀਆਂ ਹੈਗੀਆਂ ਇਕੱਠੀਆਂ ਹੋ ਰਹੀਆਂ, ਬਾਕੀ ਇਹਨਾਂ ਦੇ ਅੱਲੇ ਪੱਲੇ ਕੁਝ ਨਹੀਂ, ਆਰਜ਼ੀ ਤੌਰ 'ਤੇ ਸਿਰਫ ਸੱਤਾ ਹਾਸਲ ਕਰਨ ਲਈ ਇਕੱਠੀਆਂ ਹੋਈਆਂ ਧਿਰਾਂ ਹੈਗੀਆਂ, ਕੋਈ ਸਿਧਾਂਤਕ ਸਾਂਝ ਨਹੀਂ। ਭ੍ਰਿਸ਼ਟਾਚਾਰ ਦੇ ਮੁੱਦਿਆਂ ਤੋਂ ਬਚਣ ਲਈ ਇਹ ਸਾਰਾ ਕੁਝ ਇਕੱਠ ਜਿਹੜਾ ਹੈਗਾ ਮੇਲਾ ਜੁੜਿਆ ਵਾ।
ਸਿੱਧੂ ਸਾਹਿਬ ਦੇਖੋ, ਚੰਨੀ ਸਾਹਿਬ ਬਹੁਤ ਸਿਆਣੇ ਨੇ, ਮੈਂ ਬੜਾ ਸਤਿਕਾਰ ਕਰਦਾ। ਇਹਨਾਂ ਨੇ ਆਖਿਆ ਸੋ ਕਿਉ ਬੰਦਾ ਆਖੀਏ ਜਿੱਤ ਜੰਮੇ ਰਾਜਾ ਨੇ। ਕੋਈ ਸ਼ੱਕ ਨਹੀਂ, ਗੁਰਬਾਣੀ ਦਾ ਪਹਿਲਾ ਸਿਧਾਂਤ ਹੈ ਅਸੀਂ ਗਊ ਗਰੀਬ ਦੀ ਰੱਖਿਆ ਕਰਨੀ। ਪਰ ਮੈਨੂੰ ਤਾਂ ਲੱਗਦਾ ਇਹ ਦੇਸ਼ ਦੇ ਵਿੱਚ ਕਿੱਥੇ ਰੱਖਿਆ ਹੋ ਰਹੀ, ਕਿੱਥੇ ਨਾ ਤੇ ਗਰੀਬ ਦੀ ਰੱਖਿਆ ਹੋ ਰਹੀ ਹੈ, ਨਾ ਤੇ ਔਰਤ। ਵੇਖੋ, ਜਿਸ ਔਰਤ ਨੂੰ ਅਸੀਂ ਪੂਜਦੇ ਹਾਂ, ਮਤਲਬ ਈਵਨ ਕਿ ਮਿੱਟੀ ਦੀ ਜੇ ਮੂਰਤੀ ਬਣਾ ਕੇ ਤੇ ਉਹਨੂੰ ਵੀ ਕੱਪੜੇ ਪਾ ਕੇ ਤੇ ਸਜਾ ਕੇ ਤੇ ਅਸੀਂ ਆਦਰ ਸਨਮਾਨ ਨਾਲ ਫੁੱਲ ਮਾਲਾ ਪਾ ਕੇ ਤੇ ਉਹਨੂੰ ਸਨਮਾਨ ਕਰਦੇ ਹਾਂ, ਉਸ ਦੇਸ਼ ਦੇ ਵਿੱਚ ਤੁਸੀਂ ਸੋਚੋ ਵੀ ਇੱਕ ਔਰਤ ਨੂੰ ਬੇਪਰਦਾ ਕਰਕੇ ਨੰਗੀ ਕਰਕੇ ਘੁਮਾਇਆ ਜਾਵੇ, ਦੇਸ਼ ਦੇ ਪੱਲੇ ਕੀ। ਔਰ ਫਿਰ ਵੇਖੋ, ਗੱਲ ਬਿਲਕੁਲ ਤਾਂ ਨਹੀਂ ਠੀਕ ਆ। ਅਸੀਂ ਚਲੋ ਮੰਨ ਲਿਆ ਆਪੋਜੀਸ਼ਨ ਹੈ, ਚੀਫ ਜਿਹੜੇ ਨਿਆਇਧੀਸ਼ ਨੇ ਸਾਡੇ ਚੰਦਰਚੂੜ ਜੀ, ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ 3 ਮਹੀਨੇ ਕੀ ਕਰਦੇ ਰਹੇ, ਤੁਹਾਡੇ ਕੋਲ ਦਰਜ ਹੀ ਨਹੀਂ ਹੋਈ, ਐਫਆਈਆਰ ਦਰਜ ਨਹੀਂ ਹੋਈ। ਔਰ ਵੱਡੀ ਗੱਲ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਉੱਥੋਂ ਦੀਆਂ ਪੀੜਤਾਂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਪੁਲਿਸ ਨੇ ਪੀੜ ਨੂੰ ਸੌਂਪਤਾ। ਦੱਸੋ, ਇੱਥੇ ਜਦੋਂ ਬਾੜ ਹੀ ਖੇਤ ਨੂੰ ਖਾ ਜੂਗੇ ਤੇ ਕੌਣ ਕਿਹਨੂੰ ਬਚਾ ਸਕਦਾ? ਫਿਰ ਠੀਕ ਹੈ, ਫਿਰ ਪ੍ਰਮਾਤਮਾ ਆਪ ਹੀ ਉੱਤਰ ਜੇ ਬਚਾ ਲਵੇ ਤੇ ਬਚਾ ਲਵੇ, ਬੰਦਾ ਤੇ ਬੰਦੇ ਨੂੰ ਬਚਾ ਹੀ ਨਹੀਂ ਸਕਦਾ। ਇੱਥੇ ਜਦੋਂ ਇੱਕ ਪੁਲਿਸ ਹੀ ਫੜ ਕੇ ਭੀੜ ਨੂੰ ਦੇਣ ਡਈ ਆ, ਮੈਂ ਨਹੀਂ ਕਹਿ ਰਿਹਾ, ਮੈਂ ਨਹੀਂ, ਚੰਦਰਚੂੜ ਜੀ ਦੇ ਹੈਗੇ ਨੇ ਬੋਲ, ਉਹਨਾਂ ਨੇ ਕਿਹਾ ਵੀ ਆਹ ਘਟਨਾ ਹੋਈ ਤੇ ਆਹ ਹੁਣ ਤੁਸੀਂ ਹਰਿਆਣਾ ਦੇ ਵਿੱਚ ਵੇਖ ਲਓ। ਨੂੰਹ ਦੇ ਵਿੱਚ ਬਹੁਤ ਮੰਦਭਾਗੀ ਗੱਲ ਹੈ। ਮੈਂ ਬਿਲਕੁਲ ਸਹਿਮਤ ਹਾਂ ਇਹਨਾਂ ਦੇ ਨਾਲ, ਚੰਗੀ ਜੀ ਨਾਲ, ਵੀ ਇਹ ਸੰਪਰਦਾਇਕ ਦੰਗੇ ਨਹੀਂ ਹੋਣੇ ਚਾਹੀਦੇ। ਇਹਦੇ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੁੰਦਾ, ਸਮੁਦਾਇ ਵੰਡੇ ਜਾਂਦੇ। ਪਰ ਤੁਸੀਂ ਵੇਖੋ, ਉਹਨਾਂ ਦੇ ਹੋਮ ਮਿਨਿਸਟਰ ਦਾ ਤੁਸੀਂ ਬਿਆਨ ਤੇ ਸੁਣੋ, ਉਹਨਾਂ ਦੇ ਹੋਮ ਮਿਨਿਸਟਰ ਦਾ ਕੀ ਕਹਿਣ ਜੇ ਸਾਨੂੰ ਇਹਦੀ ਇਨਪੁਟ ਹੀ ਨਹੀਂ ਸੀ ਹੈਗੀ। ਫਿਰ ਤੁਸੀਂ ਕਾਹਦੇ ਹੋਮ ਮਿਨਿਸਟਰ ਦਿਓ ਅਸਤੀਫਾ? ਟੀਵੀ ਤੇ ਆ ਕੇ ਇਹੋ ਜਿਹੇ ਬਿਆਨ ਦੇਣ ਦੇ ਸਾਨੂੰ, ਕਹਿੰਦੇ ਸਾਨੂੰ ਹੈ ਹੀ ਨਹੀਂ ਸੀ, ਇਨਪੁਟ ਨਹੀਂ ਸੀ ਹੈਗੀ। ਇੱਕ ਸਮੁਦਾਇ ਦੂਜੇ ਸਮੁਦਾਇ ਨਾਲ ਲੜ ਰਿਹਾ, ਤੁਹਾਨੂੰ ਇਨਪੁਟ ਨਹੀਂ ਸੀ। ਚਲੋ ਉਦੋਂ ਦੰਗਾ ਹੋ ਗਿਆ, ਮੰਨ ਲਿਆ ਦੰਗਾ ਹੋ ਗਿਆ, ਉਦੋਂ ਮਾੜਾ ਮੰਦਭਾਗਾ ਹੋ ਗਿਆ। ਅਗਲੇ ਦਿਨ ਫਿਰ ਕੀ ਹੋਇਆ? ਅਗਲੇ ਦਿਨ ਫਿਰ ਉਹਨਾਂ ਨੇ 30 ਝੁੱਗੀਆਂ ਸਾੜਤੀਆਂ, ਕੰਟੇਨਰ ਸਾੜਤੇ, ਇੱਕ ਕਬਾੜੀ ਦੀ ਦੁਕਾਨ ਸਾੜਤੀ, ਇੱਕ ਫਿਰ ਬੰਦਾ ਮਾਰਤਾ। ਮਤਲਬ ਤੁਹਾਡੇ ਕੋਲ ਸਥਿਤੀ ਕੰਟਰੋਲ ਨਹੀਂ ਹੁੰਦੀ। ਬਸ ਕਰਫਿਊ ਲਾ ਦਿਓ ਤੇ ਧਾਰਾ 144 ਲਾ ਦਿਓ ਤੇ ਇੰਟਰਨੈਟ ਬੰਦ ਕਰ ਦਿਓ। ਦੇਸ਼ ਦੀ ਇਹ ਆਜ਼ਾਦੀ ਦੇਸ਼ ਆਜ਼ਾਦੀ। ਸੰਧੂ ਸਾਹਿਬ, ਪਰ ਉਹ ਇਹ ਵੀ ਕਹਿ ਰਿਹਾ, ਸੰਧੂ ਸਾਹਿਬ ਇਹ ਵੀ ਕਹਿ ਰਿਹਾ ਕਿ ਪਾਰਲੀਮੈਂਟ ਦੇ ਅੰਦਰ ਹਾਕਮ ਮੰਤਰੀ, ਚਾਹੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਦੂਜੇ ਮੰਤਰੀ ਹੈ, ਆਗੂ ਆ ਭਾਜਪਾ ਦੇ, ਉਹ ਕਹਿ ਰਹੇ ਕਿ ਅਸੀਂ ਬਹਿਸ ਕਰਨ ਨੂੰ ਤਿਆਰ ਹਾਂ, ਜਾਣਬੁੱਝ ਕੇ ਮੁੱਦਾ ਬਣਾ ਰਿਹਾ ਵਿਰੋਧੀ ਧਿਰਾਂ। ਸਿੱਧੂ ਸਾਹਿਬ ਦੇਣ, ਅਸੀਂ ਤਾਂ ਕਿਤੇ ਪ੍ਰਧਾਨ ਮੰਤਰੀ ਆਉਣ ਤੇ ਸਹੀ, ਪ੍ਰਧਾਨ ਮੰਤਰੀ ਆ ਕੇ 2 ਸ਼ਬਦ ਤੇ ਕਹਿਣ ਮਣੀਪੁਰ ਬਾਰੇ, ਉਹਨੇ ਤਾਂ ਗੱਲ ਹੀ ਨਹੀਂ ਕਹੀ। ਅਸੀਂ ਤਾਂ ਕਹਿੰਦੇ ਆਓ ਪਹਿਲਾਂ ਤੁਸੀਂ ਬਿਆਨ ਦਿਓ, ਫਿਰ ਤੇ ਚਰਚਾ ਕਰਦੇ ਹਾਂ। ਤੁਸੀਂ ਕੋਈ ਬਿਆਨ, ਤੁਸੀਂ ਮੈਨੂੰ ਕੁਐਸਚਨ ਪੁੱਛਿਆ ਤਾਂ ਚਰਚਾ ਹੋਈ ਹੈ ਨਾ, ਤੁਸੀਂ ਮੈਨੂੰ ਕੋਈ ਪੁੱਛੋ ਹੀ ਨਾ ਤੇ ਮੈਂ ਚਰਚਾ ਕਰਤੇ ਕਰ ਦੂੰਗਾ। ਇਸੇ ਗੱਲ ਨੂੰ ਆਪਾਂ ਸਾਰੇ ਸਿਆਣੇ ਆ, ਪ੍ਰਧਾਨ ਮੰਤਰੀ ਆ ਕੇ ਦੇਣ ਬਿਆਨ, ਆਦਰਨੀ ਨੇ ਦੇਣ ਬਿਆਨ, ਫਿਰ ਤੁਸੀਂ ਤਾਂ ਚਰਚਾ ਕਰਾਂਗੇ। ਇੰਨੇ ਦਿਨ ਮਤਲਬ ਇਹਨਾਂ ਨੇ ਜਿਹੜੇ ਇਹਨਾਂ ਦੇ ਲਾਮ ਲਸ਼ਕਰ ਉਹ ਸੋਚਣਗੇ ਵੀ ਅਸੀਂ ਬੋਲਣਾ ਕੀ ਹੈ, 9 ਤਰੀਕ ਤੱਕ ਹਮਲੇ ਕਰ ਲਈ। ਆ ਸਮ੍ਰਿਤੀ ਇਰਾਨੀ, ਮੈਂ ਹੈਰਾਨ ਆ, ਕਾਦੀ ਲੇਡੀਜ਼ ਆ ਇਹ, ਔਰਤਾਂ ਵਾਸਤੇ ਬੋਲ ਨਹੀਂ ਸਕਦੇ? ਅਸਤੀਫਾ ਹੀ ਦੇ ਦੇਣਾ ਚਾਹੀਦਾ ਇਹਨਾਂ ਨੂੰ। ਇਹੋ ਜਿਹਾ ਸ਼ਰਮਨਾਕ ਕਾਂਡ ਹੋਣ ਤੋਂ ਬਾਅਦ ਵੀ ਇਹ ਉੱਥੇ ਖੁੱਲ ਕੇ ਬੋਲਣ ਦੇ। ਔਰ ਜਗਤਾਰ ਜੀ, ਸਿੱਧੂ ਸਾਹਿਬ, ਕੋਈ ਵੀ ਬੰਦਾ ਉੱਚੀ ਬੋਲ ਕੇ ਜਾਂ ਭੌਵਾਂ ਤਾਣ ਕੇ ਜਾਂ ਅੱਖਾਂ ਕੱਢ ਕੇ ਕਿਸੇ ਨੂੰ ਡਰਾ ਨਹੀਂ ਸਕਦਾ। ਅਸੀਂ ਹੁਣ ਕਿਹਾ ਡਰੋ ਨਾ, ਲਾਸਟ ਆ। ਇਸ ਦੇਸ਼ ਦੇ ਵਿੱਚ ਨਫ਼ਰਤ ਦੀ ਦੁਕਾਨ ਬੰਦ ਹੋ ਕੇ ਤੇ ਅਸੀਂ ਪਿਆਰ ਦੀ ਤੇ ਸਤਿਕਾਰ ਦੀ ਤੇ ਮੁਹੱਬਤ ਦੀ ਦੁਕਾਨ ਖੋਲਣੀ ਆ, ਖੋਲਾਂਗੇ। ਹਰ ਦੇਸ਼ ਦੇ ਨੁੱਕਰ ਤੇ ਖੋਲੇਗੀ ਜੀ। ਸੰਧੂ ਸਾਹਿਬ, ਫਿਰ ਆਉਂਦੇ ਆਪਾਂ ਤੁਹਾਡੇ ਵਾਲੇ ਨਾਲ ਮੁੱਦਿਆਂ ਦੇ ਉੱਤੇ। ਸਾਡੇ ਨਾਲ ਹਰਜੀਤ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵੀ ਬਣੇ ਆ। ਭੁੱਲਰ ਸਾਹਿਬ, ਆਵਾਜ਼ ਆ ਰਹੀ ਹੈ? ਹਾਂਜੀ, ਆ ਰਹੀ ਹੈ ਜੀ, ਆ ਰਹੀ ਹੈ। ਪੁਲਿਸ ਜਿਸ ਮਾਮਲੇ ਤੇ ਗੱਲ ਕਰਦੇ ਹਾਂ, ਦੇਖੋ ਪਾਰਲੀਮੈਂਟ ਦਾ, ਆਪਾਂ ਪਾਰਲੀਮੈਂਟ ਦੇ ਬਾਹਰ ਦਾ ਜ਼ਿਕਰ ਕਰ ਰਹੇ ਹਾਂ, ਹਾਕਮ ਧਿਰ ਤੇ ਵਿਰੋਧੀ ਧਿਰਾਂ 'ਚ ਕਿਸ ਕਦਰ ਟਕਰਾ। ਤੁਸੀਂ ਇੱਕ ਉਹ ਧਿਰ ਦੀ ਨੁਮਾਇੰਦਗੀ ਕਰਦੇ ਹੋ ਜਿਹੜੀ ਘੱਟ ਗਿਣਤੀਆਂ ਦੀ ਵੀ ਨੁਮਾਇੰਦਗੀ ਕਰਦੀ ਹੈ, ਉਹ ਜਮਾਤ ਸ਼੍ਰੋਮਣੀ ਅਕਾਲੀ ਦਲ। ਤੁਸੀਂ ਵੀ ਬੰਦੀ ਸਿੰਘਾਂ ਦੇ ਮਾਮਲੇ, ਦੂਜੇ ਮੁੱਦਿਆਂ ਦੀ ਆਵਾਜ਼ ਉਠਾਉਂਦੇ ਹੋ, ਪਰ ਕਿਤੇ ਸੁਣਵਾਈ ਤਾਂ ਹੁੰਦੀ ਨਹੀਂ। ਕਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਦੇਸ਼ ਦੇ ਅੰਦਰ ਕਿ ਕੀ ਸਿਰਫ ਟਕਰਾਅ ਦੇ ਨਾਲ ਹੀ ਮਸਲੇ ਹੱਲ ਹੋ ਸਕਦੇ ਆ, ਜਾਂ ਜਿਹੜੀਆਂ ਘੱਟ ਗਿਣਤੀ 'ਚ ਚਾਹੇ ਰਾਜਸੀ ਧਿਰਾਂ ਚਾਹੇ ਕੌਮਾਂ ਹੈਗੀਆਂ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਏਗੀ? ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਘੱਟ ਗਿਣਤੀ ਦਾ ਮਾਮਲਾ ਹੋਏ, ਚਾਹੇ ਸਭ ਤੋਂ ਵੱਧ ਭਗਤ ਭੁਗਤਿਆ ਹੋਇਆ ਜਿਨ੍ਹਾਂ ਨੇ ਇਹ ਸਾਰੀ ਚੀਜ਼ਾਂ ਦੇ ਵਿੱਚ, ਚਾਹੇ ਉਹ ਕਾਂਗਰਸ ਦੇ ਟਾਈਮ 'ਚ ਭੁਗਤਿਆ ਹੋਵੇ, ਚਾਹੇ ਅੱਜ ਭੁਗਤ ਰਹੇ ਨੇ, ਉਹਦੇ 'ਚ ਪੰਜਾਬ ਸਭ ਤੋਂ ਜ਼ਿਆਦਾ ਭਾਗੀਦਾਰ ਹੈ ਜੀ। ਚਾਹੇ ਅੱਜ ਵੀ ਲਾ ਲਓ ਤੁਸੀਂ, ਜਿਹੜਾ ਅੰਮ੍ਰਿਤਪਾਲ ਵਾਲਾ ਸੀਨ ਹੋਇਆ, ਉਸ ਤੋਂ ਬਾਅਦ ਦੇ ਵਿੱਚ ਕੀ ਕੁਛ ਹੋਇਆ ਪੰਜਾਬ ਦੇ ਵਿੱਚ, ਕਿੰਨੇ ਨੌਜਵਾਨ ਅੱਜ ਜੇਲ੍ਹਾਂ 'ਚ ਨੇ, NSA ਲਾਈ ਗਈ, ਤੇ ਉਹ 'ਚ ਤੇ ਨਾ ਭਗਵੰਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈਗੀ ਆ ਉਹ ਭੱਜ ਸਕਦੀ ਹੈ, ਨਾ ਕੇਂਦਰ ਸਰਕਾਰ ਜਿਹੜੀ ਮੌਜੂਦਾ ਹੈਗੀ ਆ ਉਹ ਉਸ ਗੱਲ ਤੋਂ ਭੱਜ ਸਕਦੀ ਹੈ, ਤੇ ਨਾ ਹੀ ਜਿਹੜੀ ਪੁਰਾਣੀ ਕਾਂਗਰਸ ਸਰਕਾਰ ਸੀਗੀ ਉਹ ਭੱਜ ਸਕਦੀ ਹੈ। ਜਦੋਂ ਕਤਲੇਆਮ ਹੋਇਆ ਸੜਕਾਂ ਦੇ ਉੱਤੇ, ਬੇਪਤੀ ਕੀਤੀ ਗਈ ਲੜਕੀਆਂ ਦੀ,
ਪੰਜਾਬ ਦੇ ਵਿੱਚ ਔਰਤਾਂ ਨਾਲ ਜੋ ਸਲੂਕ ਕੀਤੇ ਗਏ 10 ਸਾਲ ਤੱਕ ਜੋ ਇਹਦਾ ਘਾਣ ਕੀਤਾ ਗਿਆ, ਆਪਾਂ ਉਸ ਚੀਜ਼ ਨੂੰ ਇਗਨੋਰ ਤਾਂ ਕਰ ਨਹੀਂ ਸਕਦੇ। ਮੈਨੂੰ ਇਹ ਬੜਾ ਹਾਸੋਹੀਣਾ ਨਾਲ ਲੱਗ ਰਿਹਾ ਸੀਗਾ ਜਦੋਂ ਸਾਡੇ ਕਾਂਗਰਸ ਦੇ ਬੁਲਾਰੇ ਬੋਲ ਰਹੇ ਸੀਗੇ ਵੀ ਮਣੀਪੁਰ 'ਚ ਇਹ ਹੋ ਗਿਆ, ਅਸੀਂ ਉਹਦੇ ਹਮਾਇਤੀ ਨਹੀਂ ਹੈਗੇ, ਅਸੀਂ ਉਹਦੇ ਵਿਰੋਧੀ ਹਾਂ, ਵੀ ਜੋ ਵੀ ਹੋ ਰਿਹਾ ਗਲਤ ਹੋ ਰਿਹਾ, ਨਜਾਇਜ਼ ਹੋ ਰਿਹਾ, ਨਹੀਂ ਹੋਣਾ ਚਾਹੀਦਾ। ਜੋ ਅੱਜ ਹਰਿਆਣੇ 'ਚ ਹੋ ਰਿਹਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਹੋ ਰਿਹਾ, ਇੱਕ ਪੋਲਰਾਈਜੇਸ਼ਨ ਕਰਨ ਦੇ ਲਈ ਹੋ ਰਿਹਾ, ਹੋਰ ਕੁਝ ਨਹੀਂ ਹੈਗਾ। ਲੇਕਿਨ ਅਫਸੋਸ ਉਦੋਂ ਹੁੰਦਾ ਹੈ ਜਦੋਂ ਇਹ ਲੋਕ ਕਮਲਨਾਥ ਨੂੰ ਚੀਫ ਮਿਨਿਸਟਰ ਬਣਾਉਣ ਤੋਂ ਤਾੜੀਆਂ ਮਾਰਦੇ ਨੇ, ਉਹਨੂੰ ਵਧਾਈਆਂ ਦਿੰਦੇ ਆ। ਜਦੋਂ ਟਾਈਟਰ ਵਰਗੇ ਨੂੰ ਅਹੁਦੇਦਾਰੀ ਦਿੱਤੀ ਜਾਂਦੀ ਹੈ ਜਾਂ ਉਹਨੂੰ ਟਿਕਟ ਦੇ ਕੇ ਨਵਾਜਿਆ ਜਾਂਦਾ ਹੈ ਤੇ ਉਹਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਨੇ, ਉਦੋਂ ਕੋਈ ਬੋਲਦਾ ਨਹੀਂ। ਉਦੋਂ ਅਫਸੋਸ ਹੁੰਦਾ ਹੈ ਕਿ ਆਪਾਂ ਇਹ ਦੋਗਲੀ ਰਾਜਨੀਤੀ ਕਿਉਂ ਕਰਦੀਆਂ। ਉਹ ਜਿਹੜੀ ਰਾਜਨੀਤੀ ਹੈ ਉਸ ਟਾਈਮ ਕਿੱਥੇ ਚਲੀ ਜਾਂਦੀ ਹੈ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ। ਅੱਜ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਜੇਲ੍ਹਾਂ ਧੱਕੇ ਹੋਏ ਉਹਨਾਂ ਦੀ ਗੱਲ ਅਸੀਂ ਕਦੋਂ ਕਰਾਂਗੇ? ਅਸੀਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਗੱਲ ਕਦੋਂ ਕਰਾਂਗੇ? ਅਸੀਂ ਕਿਉਂ ਨਹੀਂ ਕਰਦੇ ਉਹ ਗੱਲ? ਅਸੀਂ ਮਤਲਬ ਠੀਕ ਹੈ, ਬਾਕੀ ਸਟੇਟਾਂ ਜਿਹੜਾ ਹੋ ਰਿਹਾ ਗਲਤ ਹੋ ਰਿਹਾ, ਅਸੀਂ ਉਹਦੇ ਹਮਾਇਤੀ ਨਹੀਂ ਹੈਗੇ, ਅਸੀਂ ਕਹਿੰਦੇ ਡਟ ਕੇ ਕਹਿੰਦੇ ਵੀ ਉਹ ਗਲਤ ਹੈ। ਬਿਲਕੁਲ ਜਿਹੜੀ ਮੌਜੂਦਾ ਸਰਕਾਰ ਹੈ ਗਲਤ ਕਰ ਰਹੀ ਹੈ ਜੀ, ਲੇਕਿਨ ਗਲਤੀਆਂ ਤੇ ਉਹ ਵੀ ਹੋਈਆਂ ਨੇ। ਕੀ ਉਹਨਾਂ ਗਲਤੀਆਂ ਨੂੰ ਸੁਧਾਰਿਆ ਨਹੀਂ ਜਾ ਸਕਦਾ? ਕਿ ਅੱਜ ਵੀ ਟਾਈਗਰ ਨੂੰ ਨਵਾਜ ਕੇ ਜਾਂ ਕਮਲਨਾਥ ਵਰਗੇ ਨੂੰ ਨਵਾਜ ਕੇ ਜਾਂ ਜਿਹੜੇ ਇਹਨਾਂ ਦੇ ਲੋਕ ਨੇ ਉਹਨਾਂ ਨੂੰ ਨਵਾਜ ਕੇ ਕਿਉਂ ਬਾਰ-ਬਾਰ ਸਿੱਖਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਨੂੰ ਹਰੇ ਕੀਤਾ ਜਾਂਦਾ, ਉਹਨਾਂ ਨੂੰ ਨਮਕ ਛਿੜਕਿਆ ਜਾਂਦਾ? ਇਸ ਕਰਕੇ ਸਾਰੇ ਭਾਗੀਦਾਰ ਨੇ ਜਿਹੜੇ ਵੀ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਨੇ, ਜਿਹੜੀਆਂ ਦਿੱਲੀ ਦੇ ਉੱਤੋਂ ਆਪਰੇਟ ਹੁੰਦੀਆਂ ਨੇ, ਉਹਨਾਂ ਨੇ ਪੰਜਾਬ ਦਾ ਵੀ ਕੋਈ ਭਲਾ ਨਹੀਂ ਕੀਤਾ ਕਦੀ ਵੀ, ਚਾਹੇ ਉਹ ਫਿਰ ਭਾਰਤੀ ਜਨਤਾ ਪਾਰਟੀ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਅੱਜ ਦੀ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਹੈ। ਇਹ ਸਾਰੀਆਂ ਘੱਟ ਗਿਣਤੀਆਂ ਦੇ ਔਰ ਪੰਜਾਬ ਵਿਰੋਧੀ ਜਾਂ ਉਹ ਜਿਹੜੀਆਂ ਸਟੇਟਾਂ ਜਿੱਥੇ ਘੱਟ ਗਿਣਤੀ ਜਿਹੜੀ ਤਾਦਾਦ ਹੈਗੀ ਹੈ ਉਹਨਾਂ ਸਟੇਟਾਂ ਦੇ ਹਮੇਸ਼ਾ ਵਿਰੋਧ 'ਚ ਰਹਿਣਗੀਆਂ ਔਰ ਇਹੀ ਕੰਮ ਹੁੰਦਾ ਰਹੇਗਾ। ਔਰ ਪੋਲਰਾਈਜੇਸ਼ਨ ਕਰਨ ਵਾਸਤੇ ਫਿਰ ਚਾਹੇ ਹਰਿਆਣਾ ਦੇ ਵਿੱਚ ਦੰਗੇ ਕਰਾਉਣੇ ਪੈਣ, ਚਾਹੇ ਉਹ ਮਣੀਪੁਰ ਦੰਗੇ ਕਰਾਉਣੇ ਪੈਣ, ਚਾਹੇ ਪੰਜਾਬ 'ਚ ਅੰਮ੍ਰਿਤਪਾਲ ਪੈਦਾ ਕਰਨਾ ਪਏ, ਇਹ ਸਭ ਚੀਜ਼ਾਂ ਹੁੰਦੀਆਂ ਰਹਿਣਗੀਆਂ। ਇਹ ਮੰਦਭਾਗਾ ਜਿਹੜਾ ਸਿਸਟਮ ਹੈ ਚੱਲਦਾ ਰਹੇਗਾ ਜੀ। ਔਰ ਜੋ ਅੱਜ ਉੱਥੇ ਸਦਨ 'ਚ ਹੋ ਰਿਹਾ ਕਿਤੇ ਨਾ ਕਿਤੇ ਠੀਕ ਹੈ, ਤੁਹਾਡੇ ਆਪਣੇ ਗਰਜਾਂ ਹੈਗੀਆਂ ਉਹਨਾਂ ਨੂੰ ਕੱਢੋ ਤੁਸੀਂ, ਲੇਕਿਨ ਕੁਝ ਹੋਰ ਵੀ ਐਸੇ ਮੁੱਦੇ ਨੇ ਉਹਨਾਂ ਤੇ ਡਿਸੀਜਨ ਕਰ ਲਓ। ਕੱਲਾ ਇੱਕੋ ਮੁੱਦੇ ਨੂੰ ਲੈ ਕੇ ਤੁਸੀਂ ਸਦਨ ਚੱਲਣ ਹੀ ਨਾ ਦਿਓ ਤੇ ਕਰੋੜਾਂ ਰੁਪਈਆ ਲੱਗ ਰਿਹਾ ਹੈ, ਤੁਸੀਂ ਬਾਕੀ ਮੁੱਦਿਆਂ ਨੂੰ ਬਿਲਕੁਲ ਸਿੱਕੇ ਟੰਗ ਦਿਓ, ਤੁਸੀਂ ਉਹਦੇ ਸਵਾਲ ਹੀ ਨਾ ਚੁੱਕੋ ਤੁਸੀਂ। ਤੇ ਇਹ ਵੀ ਕਿਤੇ ਨਾ ਕਿਤੇ ਪੰਜਾਬ ਦੇ ਕੱਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਦੀ ਜਿਹੜੀ 150 ਕਰੋੜ ਅੱਜ ਆਬਾਦੀ ਹੋ ਗਈ ਹੈ ਉਹਦੇ ਨਾਲ ਧੋਖਾ ਹੈ, ਇਹ ਧਰੋਹ ਹੈ ਇਹਨਾਂ ਪਾਰਟੀਆਂ ਵੱਲੋਂ। ਥੈਂਕ ਯੂ ਵੈਰੀ ਮਚ, ਤੁਹਾਡਾ ਵਿਊ ਪੁਆਇੰਟ ਆ ਗਿਆ। ਚੰਨੀ ਸਾਹਿਬ ਮੈਂ ਆਉਣਾ ਸਵਾਲ ਲੈ ਕੇ ਤੁਹਾਡੇ ਵੱਲ ਇੱਕ ਨਿੱਕਾ ਜਿਹਾ ਸਵਾਲ ਆਪਾਂ ਸੰਧੂ ਸਾਹਿਬ ਤੋਂ ਵੀ। ਸੰਧੂ ਸਾਹਿਬ ਅਕਾਲੀ ਦਲ ਦੇ ਬੁਲਾਰੇ ਉਹਨਾਂ ਦਾ ਕਹਿਣਾ ਕਿ ਠੀਕ ਹੈ ਮਨੀਪੁਰ 'ਚ ਵਾਪਰਿਆ ਜੋ ਬਹੁਤ ਮੰਦਭਾਗਾ ਹੈ, ਮਾੜਾ ਹੋਇਆ, ਧੀਆਂ ਭੈਣਾਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਉਹਨਾਂ ਦੀ ਬੇਪਤੀ ਹੁੰਦੀ ਹੈ ਤੇ ਦੁੱਖ ਸਾਰਿਆਂ ਨੂੰ ਹੈ, ਪਰ ਉਹ ਕਹਿੰਦੇ ਜੋ ਕੁਝ 84 ਵੇਲੇ ਹੋਇਆ, ਚਾਹੇ ਦਿੱਲੀ 'ਚ ਹੋਇਆ, ਪੰਜਾਬ 'ਚ ਹੋਇਆ, ਉਦੋਂ ਕਾਂਗਰਸ ਇਸ ਕਦਰ ਕਿਉਂ ਨਹੀਂ ਬੋਲੀ ਜਿੱਦਾਂ ਹੁਣ ਗੱਲ ਕਰ ਰਹੀ ਹੈ? ਦੇਖੋ ਸਿੱਧੂ ਸਾਹਿਬ, ਮੈਂ ਕਈ ਡਿਬੇਟਾਂ 'ਚ ਕਹਿ ਚੁੱਕਿਆ ਵੀ ਜਿਹੜੇ 84 ਦੇ ਵਿੱਚ ਹੋਇਆ ਬਹੁਤ ਜ਼ਿਆਦਾ ਮੰਦਭਾਗੀ, ਬਹੁਤ ਨਹੀਂ ਬਹੁਤ ਜ਼ਿਆਦਾ ਮੰਦਭਾਗੀ। ਇਸ ਤੋਂ ਵੱਧ ਅਸੀਂ ਕਹਿਣ ਇਹ ਸਾਡੇ ਤੇ ਕਹਿਣ ਦੇ ਦੋਗਲੀ ਨੀਤੀ। ਅਸੀਂ ਦੇਖੋ ਜੀ ਕੋਈ ਲੀਗਲ ਨੀਤੀ ਨਹੀਂ ਅਪਣਾਈ। ਅਸੀਂ ਕਿਹਾ, ਮੈਂ ਸਰਿਆਮ ਕਿਹਾ ਮੰਦਭਾਗਾ ਆਇਆ। ਅੱਛਾ, ਇਹਨਾਂ ਨੇ ਰਿਆ ਦੀ ਗੱਲ ਕੀਤੀ ਬੰਦੀ ਸਿੰਘਾਂ ਦੀ, ਸਰਿਆਮ ਅਸੀਂ ਕਿਹਾ ਵੀ ਜਿਹੜੇ ਬੰਦੇ 30 ਤੋਂ 32 ਸਾਲ ਜਿਨ੍ਹਾਂ ਨੂੰ ਹੋ ਗਿਆ ਆਲ ਇੰਡੀਆ ਦੇ ਵਿੱਚ ਉਹ ਰਿਆ ਕਰ ਦੇਣੇ ਚਾਹੀਦੇ, ਮਾਨਵਤਾ ਦੇ ਆਧਾਰ ਤੇ ਰਿਆ ਕਰ ਦੇਣਾ। ਅਸੀਂ ਵੀ ਕਿਹਨੇ ਰਿਆ ਕਰ ਦੇਣੇ ਚਾਹੀਦੇ, ਉਹ ਚ ਸਾਰੇ ਆ ਜਾਂਦੇ ਆ। ਇਹ ਪਰਟੀਕੂਲਰ ਨਾਂ ਲੈ ਕੇ ਨਾ ਬੋਲਣ ਵੀ ਇਹਨੂੰ ਅਸੀਂ ਕਿਹਾ ਵੀ ਜਿਹੜਾ ਵੀ ਬੰਦਾ ਆਉਂਦਾ ਉਹਨੂੰ ਰਿਆ ਜਿਹੜਾ ਉਹ ਕਰ ਦੇਣਾ ਚਾਹੀਦਾ, ਕੋਈ ਸ਼ੱਕ ਨਹੀਂ। ਅੱਛਾ, ਜਿਹੜਾ ਜਿੱਦ ਤੱਕ ਇਹਨਾਂ ਨੇ ਜਿਹੜੇ ਕਾਂਗਰਸੀ ਲੀਡਰ ਉਹਨਾਂ ਦੀ ਗੱਲ ਕੀਤੀ, ਦੇਖੋ ਜਿਹੜਾ ਕੋਰਟ 'ਚ ਮੈਟਰ ਹੈ ਉਹ ਕੋਰਟ ਨੇ ਡਿਸਾਈਡ ਕਰਨਾ। ਜਿਹੜਾ ਦੋਸ਼ੀ ਹੋਇਆ ਉਹਨੂੰ ਜੋ ਮਰਜ਼ੀ ਸਜ਼ਾ ਹੋਵੇ, ਭਾਵੇਂ ਉਮਰ ਕੈਦ ਹੋਵੇ, ਫਾਂਸੀ ਹੋਵੇ, ਉਹ 'ਚ ਅਸੀਂ ਕੀ ਕਰ ਸਕਦੇ? ਉਹ ਕੋਰਟ 'ਚ ਮੈਟਰ ਹੈ, ਉਹਦੇ ਸਿੱਧੂ ਸਾਹਿਬ ਉਹਦੇ ਵਿੱਚ ਅਸੀਂ ਦੇਖੋ ਕੁਝ ਨਹੀਂ ਕਰ ਸਕਦੇ। ਪਰ ਲਾਸਟ ਗੱਲ ਹੈ ਮੇਰੀ, 10 ਸਾਲ ਇਹਨਾਂ ਦੀ ਸਰਕਾਰ ਨਹੀਂ, ਕੋਈ ਨਹੀਂ 10 ਸਾਲ ਉਦੋਂ ਦੇ ਨਾਲ ਡੈਰੀਆਂ ਇਹਨਾਂ ਦੇ ਸੀਐਮ ਸਾਹਿਬ, ਡਿਪਟੀ ਸੀਐਮ ਸਾਹਿਬ ਲੱਗ ਲੋਕਾਂ ਨੂੰ ਡਰਾਉਂਦੇ ਰਹੇ। ਉਦੋਂ ਨਹੀਂ ਤੁਹਾਡੇ ਕੋਲ ਕਿਸੇ ਕੋਲ ਗੱਲ ਹੋਈ। ਉਦੋਂ ਭੁੱਲਰ ਸਾਹਿਬ ਤੁਸੀਂ ਮੈਨੂੰ ਤਾਂ ਅਕਾਲੀ ਦਲ 'ਚ ਨਹੀਂ ਸੀ, ਉਦੋਂ ਤੁਸੀਂ ਕੋਈ ਗੱਲ ਹੀ ਨਹੀਂ ਕਰ ਸਕਦੇ ਤੁਹਾਡੀ ਗੱਲ ਅਕਾਲੀ ਦਲ ਵਾਲੇ, ਉਦੋਂ ਸੱਤਾ ਸੁੱਖ ਭੋਗਦੇ ਰਹੇ ਹੋ। ਅੱਜ ਜਦੋਂ ਆਪੋਜੀਸ਼ਨ ਦੀ ਇੱਕ ਜਾਂ ਦੋ ਤੁਹਾਡੇ ਐਮਐਲਏ ਰਹਿ ਗਏ, ਅੱਜ ਤੁਹਾਨੂੰ ਗੱਲਾਂ ਆਈਆਂ। ਸੋ ਸੌਰੀ, ਆਪਣੀ ਪੀੜੀ ਥੱਲੇ ਪਹਿਲੇ ਸੋਟਾ ਫਿਰ ਸਾਡੇ ਨਾਲ ਗੱਲ। ਸਿੱਧੂ ਸਾਹਿਬ ਮੈਨੂੰ ਲੱਗਦਾ ਹੈ ਸੰਧੂ ਸਾਹਿਬ ਇਸ ਚੀਜ਼ ਨੂੰ ਭੁੱਲੇ ਬੈਠੇ ਨੇ ਕਿ ਟਾਈਟਲਰ ਨੇ ਸਿੰਘ ਆਪਰੇਸ਼ਨ ਦੇ ਵਿੱਚ ਸ਼ਰੇਆਮ ਕਿਹਾ ਕਿ ਮੈਂ 100 ਤੋਂ ਉੱਤੇ ਲੋਕ ਮਰਵਾਏ ਹੈ ਔਰ ਮਾਰੇ ਹੈ, ਔਰ ਇਹ ਇਹਨਾਂ ਜਿਹਨੂੰ ਮੰਨਣ ਤਿਆਰ ਨਹੀਂ, ਉਹਨੂੰ ਫਿਰ ਵੀ ਨਵਾਜ਼ਦੇ ਫਿਰਦੇ ਨੇ, ਉਹਨੂੰ ਆਪਣਾ ਲੀਡਰ ਮੰਨਦੇ ਨੇ। ਚਲੋ ਵੀ ਇਹ ਦੋ ਜਿਹੜੀ ਰਾਜਨੀਤੀ ਹੈ ਇਹ ਨਹੀਂ ਚੱਲਣੀ ਚਾਹੀਦੀ ਕਿ ਤੁਹਾਨੂੰ ਮਣੀਪੁਰ ਦੇ ਵਿੱਚ ਨਜ਼ਰ ਆਉਂਦਾ ਹੈ, ਲੇਕਿਨ ਜੋ ਅੱਜ ਪੰਜਾਬ 'ਚ ਧੱਕਾ ਹੋ ਰਿਹਾ ਉਹ ਨਜ਼ਰ ਨਹੀਂ ਆਉਂਦਾ। ਜੋ ਅੱਜ ਪੰਜਾਬ ਦੇ ਤਾਜ਼ਾ ਸਥਿਤੀ ਦੇ ਵਿੱਚ ਸੈਂਕੜੇ ਨੌਜਵਾਨ ਜਿਹੜੇ ਨੇ ਜੇਲ੍ਹਾਂ ਧੱਕੇ ਹੋਏ ਨੇ ਉਹ ਨਜ਼ਰ ਨਹੀਂ ਆ ਰਹੇ। ਜਿਹੜੇ ਨੌਜਵਾਨ ਐਨਐਸਏ ਲਾ ਕੇ
ਤੇ ਡਿਬਰੂਗੜ੍ਹ ਜੇਲ੍ਹ ਵਿੱਚ ਰੱਖੇ ਹੋਏ ਨੇ, ਉਹ ਨਜ਼ਰ ਨਹੀਂ ਆ ਰਹੇ, ਉਹਨਾਂ ਬਾਰੇ ਕੋਈ ਆਵਾਜ਼ ਨਹੀਂ ਹੈਗੀ। ਪਰ ਬਾਹਰਲੀਆਂ ਸਟੇਟਾਂ 'ਚ ਕਿਉਂਕਿ ਅੱਜ ਅਸੀਂ ਰਾਜਨੀਤੀ ਕਰਨੀ ਹੈ, ਇਸ ਕਰਕੇ ਸਭ ਕੁਝ ਚੱਲ ਰਿਹਾ। ਅੱਜ ਹਰਿਆਣਾ ਪੁਲਿਸ ਸਾਹਿਬ ਤੁਹਾਡਾ ਵੀ ਪੁਆਇੰਟ ਆ ਗਿਆ, ਆਪਾਂ ਫੇਰ ਆਨੇ ਤੁਹਾਡੇ ਵੱਲ। ਕੀਤੀ ਜਾ ਰਹੀ ਹੈ ਬੀਜੇਪੀ ਵੱਲੋਂ, ਹਿੰਦੂਆਂ ਨੂੰ ਡਰਾਇਆ ਜਾ ਰਿਹਾ ਹੈ, ਪੱਕੀ ਗੱਲ ਹੈ। ਲੇਕਿਨ ਗੱਲ ਇਹ ਹੈ ਵੀ ਕਾਂਗਰਸ ਵੀ ਉਨੀਓ ਜ਼ਿੰਮੇਵਾਰ ਹੈ ਜਾਂ ਦੂਸਰੀਆਂ ਪਾਰਟੀਆਂ ਵੀ ਉਨੀਆਂ ਜ਼ਿੰਮੇਵਾਰ ਨੇ ਜਿੰਨੀ ਅੱਜ ਭਾਰਤੀ ਜਨਤਾ ਪਾਰਟੀ ਇਸ ਸਾਰੇ ਮਾਮਲੇ ਜ਼ਿੰਮੇਵਾਰ ਹੈ। ਜੀ ਤੁਹਾਡੀ ਗੱਲ ਆ ਗਈ, ਸਾਰੀਆਂ ਗੱਲਾਂ ਕਰਨ ਦੀ ਪੁਲਿਸ ਸਾਹਿਬ ਆ ਗਈ ਤੁਹਾਡੀ ਗੱਲ। ਫੇਰ ਆਪਾਂ ਆਨੇ ਆ ਤੁਹਾਡੇ ਮੁੱਦੇ ਤੇ ਸਵਾਲ ਲੈ ਕੇ, ਜਿਹੜਾ ਚੰਨੀ ਸਾਹਿਬ ਸੰਧੂ ਸਾਹਿਬ ਤੋਂ ਆਪਾਂ ਫਿਰ ਬਾਅਦ ਜਵਾਬ ਲੈਂਦੇ ਹਾਂ। ਚੰਨੀ ਸਾਹਿਬ, ਭੁੱਲਰ ਸਾਹਿਬ ਦਾ ਵੀ ਕਹਿਣਾ ਹੈ, ਸੰਧੂ ਸਾਹਿਬ ਨੇ ਪਹਿਲਾਂ ਇਹਨਾਂ ਮੁੱਦਿਆਂ ਤੇ ਜੋ ਚਰਚਾ ਕੀਤੀ ਹੈ, ਭਾਜਪਾ ਨੂੰ ਵੀ ਕਿਤੇ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ। ਭੁੱਲਰ ਹੋਣਾ ਦਾ ਵੀ ਕਹਿਣਾ, ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ, ਪੰਜਾਬ ਦਾ ਕਿਸੇ ਨੇ ਭਲਾ ਨਹੀਂ ਕੀਤਾ। ਇਹਨਾਂ ਮੁੱਦਿਆਂ ਤੇ ਸਾਰੀਆਂ ਜਿਹੜੀਆਂ ਸੈਂਟਰ ਪਾਰਟੀਆਂ, ਕੌਮੀ ਪਾਰਟੀਆਂ, ਉਹਨਾਂ ਦਾ ਇੱਕੋ ਨਜ਼ਰੀਆ ਰਿਹਾ ਹੈ। ਔਰ ਜਿੱਥੋਂ ਤੱਕ ਸਵਾਲ ਹੈ ਭਾਜਪਾ ਦਾ ਪਾਰਲੀਮੈਂਟ ਦੇ ਮਾਮਲਿਆਂ ਨੂੰ ਲੈ ਕੇ ਜਾਂ ਦੂਜੇ ਮਾਮਲਿਆਂ ਨੂੰ ਲੈ ਕੇ, ਕਾਂਗਰਸ ਸਿੱਧੇ ਤੌਰ ਤੇ ਕਟਹਿਰੇ 'ਚ ਖੜਾ ਕਰ ਰਹੀ ਹੈ ਭਾਜਪਾ ਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ, ਚਾਹੇ ਮਨੀਪੁਰ ਦੀ ਗੱਲ ਹੋਵੇ, ਚਾਹੇ ਹਰਿਆਣਾ ਦੀ ਗੱਲ ਹੋਵੇ, ਜਾਂ ਦੂਜੇ ਮੁੱਦਿਆਂ ਦੇ ਇਸ਼ੂਜ਼ ਨੂੰ ਲੈ ਕੇ। ਜੀ ਚੰਨੀ ਸਾਹਿਬ। ਦੇਖੋ ਸਿੱਧੂ ਸਾਹਿਬ, ਗੱਲ ਇਹ ਹੈਗੀ ਹੈ ਕਿ ਜਿਹੜੀ ਕੋਈ ਰੌਲਾ ਨਹੀਂ ਕਿ ਦੇਖੋ ਇਹਦਾ ਜਿਹੜਾ ਨੋਟਿਸ ਹੈ ਆਨਰੇਬਲ ਸੁਪਰੀਮ ਕੋਰਟ ਨੇ ਮਿਲਿਆ ਹੈ ਜਿਹੜਾ ਮਨੀਪੁਰ ਦੇ ਵਿੱਚ ਹੋਇਆ, ਪਰ ਅਸੀਂ ਉਸ ਮੁੱਦੇ ਤੋਂ ਨਹੀਂ ਭੱਜ ਰਹੇ। ਮੈਂ ਰਾਦਰ ਇਹ ਸਲਾਹ ਦੇਣੀ ਚਾਹੁੰਦਾ ਸਾਰੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਕਿ ਜੇ ਪਾਰਲੀਮੈਂਟ ਦਾ ਸੈਸ਼ਨ ਆਉਣ ਹੈ ਇਸ ਵੇਲੇ, ਤਾਂ ਉੱਥੇ ਇੱਕ ਸਟੇਟ ਨੂੰ ਡਿਸਕਸ ਕਰਕੇ, ਬਲੇਮ ਕਰਕੇ ਆਪਾਂ ਮੁੱਦਿਆਂ ਦੀ ਗੱਲ ਕਰੀਏ, ਤਾਂ ਕਿ ਅੱਗੇ ਤੋਂ ਜਿਹੜਾ ਹੋਣ ਵਾਲਾ ਨੁਕਸਾਨ ਹੈਗਾ ਉਹਦੇ ਤੋਂ ਅਸੀਂ ਬਚ ਸਕੀਏ। ਹੁਣ ਤੁਸੀਂ ਹੋਰ ਦੇਖੋ, ਰਾਜਸਥਾਨ ਦੇ ਵਿੱਚ ਇੱਕ ਮਿਨਿਸਟਰ ਨੇ ਮੰਨ ਲਿਆ ਵੀ ਸਾਡੇ ਆ ਜ਼ਿਆਦਤੀ ਹੋਈ ਹੈ, ਉਹਨੂੰ ਸ਼ਾਮ ਤੋਂ ਪਹਿਲਾਂ ਬਰਖਾਸਤ ਕਰਤਾ। ਕਿਉਂ ਵੀ ਤੂੰ ਇਹ ਏਦਾਂ ਕਿੱਦਾਂ ਕਹਿਤਾ ਵੀ ਸਾਡੀ ਸਰਕਾਰ ਨੂੰ ਤੂੰ ਮਤਲਬ ਸੱਚਾਈ ਕਿਉਂ ਨੇ ਜਿਹੜਾ ਰਾਜਸਥਾਨ ਦੀ ਅਸੈਂਬਲੀ ਦੇ ਵਿੱਚ ਦੱਸਦੀ। ਮਤਲਬ ਜਿੰਨੀ ਦੇਰ ਅਸੀਂ ਇਹਨਾਂ ਚੀਜ਼ਾਂ ਤੋਂ, ਸਿਆਸਤ ਤੋਂ ਉੱਪਰ ਨਹੀਂ ਉੱਠਾਂਗੇ, ਕੋਰੀ ਤੇ ਕੋਰੀ ਸਿਆਸਤ ਕਰਾਂਗੇ। ਹੁਣ ਵੀ ਚਾਹੀਦਾ ਚੰਨੀ ਸਾਹਿਬ, ਰਾਜਸਥਾਨ ਦੀ ਆਪਾਂ ਗੱਲ, ਆਈ ਐਮ ਸੌਰੀ ਚੰਨੀ ਸਾਹਿਬ, ਆਈ ਐਮ ਸੌਰੀ, ਇੱਕ ਨਿੱਕਾ ਜਿਹਾ ਸਵਾਲ, ਆਪਾਂ ਰਾਜਸਥਾਨ ਦੀ ਗੱਲ ਕਰਦੇ ਹਾਂ। ਰਾਜਸਥਾਨ ਬਿਲਕੁਲ ਠੀਕ ਹੈ, ਕਿਉਂਕਿ ਮੁੱਦਾ ਜਿਹੜਾ ਹੈਗਾ ਵੱਡੀ ਗੱਲ, ਆਪਾਂ ਹਰਿਆਣਾ, ਮਨੀਪੁਰ ਤੇ ਪਾਰਲੀਮੈਂਟ ਦੀ ਗੱਲ ਕਰ ਰਹੇ ਹਾਂ। ਕੀ ਆਪਾਂ ਹੁਣ ਇਹ ਤਾਂ ਦੇਖਣਾ ਪਏਗਾ ਨਾ ਕਿ ਜਿਹੜੇ ਸਟੇਟ 'ਚ ਅੱਗ ਲੱਗੀ, ਘਰਾਂ ਦੇ 'ਚ ਤਬਾਹ ਹੋਇਆ, ਇੱਜ਼ਤ ਤੇ ਸਾਰਾ ਕੁਝ ਜਿਹੜਾ ਹੈਗਾ ਲੁੱਟਿਆ ਪੁੱਟਿਆ ਗਿਆ, ਉਹਦੇ ਮੁੱਖ ਮੰਤਰੀ ਤੱਕ ਨੇ ਤਾਂ ਅਸਤੀਫਾ ਨਹੀਂ ਦਿੱਤਾ। ਔਰ ਉਦੋਂ ਬੋਲੇ ਜਦੋਂ ਸਥਿਤੀ ਸਿਰੇ ਦੀ ਹੱਦ ਤੱਕ ਚਲੀ ਗਈ, ਸੁਪਰੀਮ ਕੋਰਟ ਵੱਲੋਂ ਦਖਲ ਦਿੱਤਾ ਗਿਆ। ਪਹਿਲੀ ਵਾਰੀ ਬਿਆਨ ਪੜਿਆ ਮੁੱਖ ਮੰਤਰੀ ਦਾ ਉਸ ਵੇਲੇ, 3 ਮਹੀਨੇ ਹੋ ਗਏ ਇਸ ਗੱਲ ਨੂੰ। ਦੇਖੋ ਗੱਲ ਇਹ ਹੈਗੀ ਹੈ ਕਿ ਉਸ ਚੀਜ਼ ਦੀ ਪਾਰਟੀ ਲੈਵਲ ਤੇ ਵੀ ਇਨਕੁਆਇਰੀ ਹੋਏਗੀ। ਆਨਰੇਬਲ ਸੁਪਰੀਮ ਕੋਰਟ ਨੇ ਵੀ ਡੀਜੀਪੀ ਨੂੰ ਵੀ ਸਮਨ ਕੀਤਾ ਹੈ। ਜਿਸ ਬੰਦੇ ਦਾ ਕੋਈ ਵੀ ਕਸੂਰ ਹੋਏਗਾ, ਉਹਦਾ ਸੰਗਿਆਨ ਜਿਹੜਾ ਪ੍ਰੋਪਰ ਲੈ ਕੇ ਉਹਦੇ ਤੇ ਐਕਸ਼ਨ ਹੋਏਗਾ, ਕੋਈ ਇਹ 'ਚ ਦੋ ਰਾਵਾਂ ਨਹੀਂ। ਹੁਣ ਕਈ ਮੇਰੇ ਵੀਰ ਇਹ ਕਹਿੰਦੇ ਆ, ਇੱਕ ਸੈਕਿੰਡ, ਕਈ ਇਹ ਕਹਿੰਦੇ ਆ ਜੀ ਉੱਥੇ ਤੁਸੀਂ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ। ਬਈ ਰਾਸ਼ਟਰਪਤੀ ਰਾਜ ਵੀ ਜੇ ਲਾਗੂ ਹੋਏਗਾ ਤਾਂ ਜੇ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਆ, ਉਹਦੇ ਨਾਲ ਕੋਈ ਫਰਕ ਨਹੀਂ ਹੈਗਾ। ਇਹ ਸਰਕਾਰ ਵੀ ਗੱਲ ਇਸ ਨੂੰ ਮੰਨ ਸਕਦੀ ਸੀ, ਪਰ ਉਹ ਮਸਲੇ ਦਾ ਹੱਲ ਨਹੀਂ। ਅਸੀਂ ਜਿਹੜੀਆਂ ਪ੍ਰੋਪਰਲੀ ਇਲੈਕਟਡ ਗਵਰਨਮੈਂਟਸ ਹੈਗੇ ਨੇ, ਉਹਨਾਂ ਨੂੰ ਅਸੀਂ ਨਹੀਂ, ਚਾਹੇ ਕਿਸੇ ਦੀ ਵੀ ਹੋਵੇ, ਉਹ ਨਹੀਂ ਕਰਾਉਣਾ ਚਾਹੁੰਦੇ। ਚੰਨੀ ਸਾਹਿਬ, ਮੈਂ ਵਿੱਚ ਥੋੜਾ ਜਿਹਾ ਦਖਲ ਦੇ ਕੇ ਇਸ ਮੁੱਦੇ ਤੇ ਜੋ ਤੁਸੀਂ ਗੱਲ ਕੀਤੀ ਹੈ ਕਿ ਪ੍ਰੋਪਰਲੀ ਜਾਂਚ ਹੋਏਗੀ, ਮੈਂ ਕਹਿੰਦਾ ਕਿ ਇੱਕ ਅੱਛਾ ਰੁਝਾਨ ਹੋਏਗਾ ਇਸ ਮੁਲਕ ਦੇ ਅੰਦਰ ਜੇ ਆਪਾਂ ਮਨੀਪੁਰ ਦੇ ਮੁੱਖ ਮੰਤਰੀ ਨੂੰ ਭਾਜਪਾ ਪਾਸੇ ਕਰਦੀ ਹੈ। ਇੱਕ ਨਵੀਂ ਕਿਸਮ ਦੀ ਨਿਵਕਲੀ ਗੱਲ ਹੋਣੀ ਚਾਹੀਦੀ ਹੈ ਇਸ ਮੁੱਦੇ ਤੇ, ਕਿਉਂਕਿ ਜਿਹੜੀ ਵੀ ਧਿਰ ਜ਼ਿੰਮੇਵਾਰ ਹੈ, ਚਾਹੇ ਹਾਕਮ ਧਿਰ ਦੇ ਵਿੱਚ ਵੀ ਕਿਉਂ ਨਾ ਇਹੋ ਜਿਹੀ ਗੱਲ ਹੋਵੇ ਕਿ ਨਵੀਂ ਐਗਜ਼ਾਮਪਲ। ਖੈਰ ਆਉਣ ਵਾਲੇ ਦਿਨ ਆਪਾਂ ਦੇਖਾਂਗੇ ਇਹਨਾਂ ਮੁੱਦਿਆਂ ਤੇ ਕੀ ਫੈਸਲਾ ਲਿਆ ਜਾਂਦਾ ਹੈ। ਸਾਡੇ ਨਾਲ ਡਾਕਟਰ ਬਰਾਗੀ ਜੀ ਬਣੇ। ਡਾਕਟਰ ਬਰਾਗੀ, ਜਦੋਂ ਆਪਾਂ ਪਾਰਲੀਮੈਂਟ ਦੇ ਮੁੱਦੇ ਦੀ ਗੱਲ ਕਰਦੇ ਹਾਂ, ਮਨੀਪੁਰ, ਹਰਿਆਣਾ, ਕਿਸ ਕਦਰ ਹਾਕਮ ਦੇ ਵਿਰੋਧੀ ਤਰ੍ਹਾਂ ਦਾ ਟਕਰਾਅ, ਕਿਧਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ 24 ਦੀਆਂ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਇਹ ਲਕੀਰਾਂ ਖਿੱਚੀਆਂ ਜਾ ਰਹੀਆਂ। ਹਾਂ ਬਿਲਕੁਲ ਸਿੱਧੂ ਸਾਹਿਬ, ਇਹਦੇ ਵਿੱਚ ਕੋਈ ਦੋ ਰਹਿ ਨਹੀਂ ਗੀ ਵੀ ਇਹ 2024 ਦੀ ਤਿਆਰੀ ਹੋ ਰਹੀ ਆ। ਇਹ ਜਿਹੜੇ ਇੰਸੀਡੈਂਟ ਹੋ ਰਹੇ ਆ, ਚਾਹੇ ਉਹ ਮਨੀਪੁਰ ਵਿੱਚ ਹੋਣ, ਚਾਹੇ ਉਹ ਰਾਜਸਥਾਨ ਵਿੱਚ ਹੋਣ, ਚਾਹੇ ਉਹ ਹਰਿਆਣੇ ਦੇ ਵਿੱਚ ਹੋਣ, ਉਹ ਪ੍ਰੀ ਪਲੈਨਡ ਇੰਸੀਡੈਂਟ ਹੈਗੇ ਆ। ਮੈਨੂੰ ਚੰਨੀ ਸਾਹਿਬ, ਤੁਸੀਂ ਰਿਟਾਇਰਡ ਬਿਊਰੋਕਰੇਟ ਹੋ ਅਤੇ ਤੁਸੀਂ ਵੀ ਭਲੀ ਭਾਂਤੀ ਜਾਣਦੇ ਹੋ, ਇਹ ਇਮਟੀਰੀਅਲ ਹੈਗਾ, ਇਰਰੈਲੀਵੈਂਟ ਹੈਗਾ। ਸਰਕਾਰ ਕਿਸੇ ਦੀ ਹੋਵੇ, ਜੇ ਰਾਸ਼ਟਰਪਤੀ ਰਾਜ ਲੱਗਦਾ ਤਾਂ ਉੱਥੇ ਐਡਮਿਨਿਸਟ੍ਰੇਸ਼ਨ ਥਰੂ ਤੁਹਾਡੇ ਵਰਗੇ ਬਿਊਰੋਕਰੇਟਸ ਦੇ ਰਾਹੀਂ ਜਾਣਾ ਹੁੰਦਾ ਵਾ, ਅਤੇ ਸੰਵਿਧਾਨ ਦਾ ਬੋਲਬਾਲਾ ਜ਼ਿਆਦਾ ਹੁੰਦਾ, ਕਿਉਂਕਿ ਪੜ੍ਹੇ ਲਿਖੇ ਬੰਦਿਆਂ ਦੀ ਦਖਲ ਅੰਦਾਜ਼ੀ ਉਦੋਂ ਵੱਧ ਜਾਂਦੀ ਹੁੰਦੀ ਆ ਜਦੋਂ ਰਾਸ਼ਟਰਪਤੀ ਲੱਗ ਜਾਂਦਾ ਵਾ।
ਰਾਸ਼ਟਰਪਤੀ ਰਾਜ ਲੱਗ ਜਾਂਦਾ। ਤੇ ਜੇ ਤੁਸੀਂ ਐਜ਼ ਏ ਸੀਨੀਅਰ ਕਾਫੀ ਰਿਸਪੈਕਟੇਬਲ ਹੋ, ਇਸ ਚੀਜ਼ ਨੂੰ ਐਕਸੈਪਟ ਕਰਦੇ ਹੋ ਵੀ ਉੱਥੇ ਵੀ ਭਾਜਪਾ ਦੀ ਸਰਕਾਰ ਆ ਤਾਂ ਉਹ ਵੀ ਸਾਡੇ ਰਾਹੀਂ ਹੋਣਾ, ਤਾਂ ਮੈਨੂੰ ਲੱਗਦਾ ਇਦੋਂ ਵੱਡਾ ਹਿੰਦੁਸਤਾਨ ਦੀ ਰਾਜਨੀਤੀ ਦਾ ਦੁਖਾਂਤ ਕੋਈ ਨਹੀਂਗਾ। ਹੁਣ ਮੈਂ ਗੱਲ ਕਰਦਾ ਮਨੀਪੁਰ ਦੀ। ਮਨੀਪੁਰ ਦੇ ਵਿੱਚ ਜਦੋਂ ਇਨਸੀਡੈਂਟ ਹੋਇਆ, ਚੰਨੀ ਸਾਹਿਬ ਸੌਰੀ ਮੈਂ ਤੁਹਾਨੂੰ ਮੁਖਾਫਤ ਹੋਊਂਗਾ ਅੱਜ, ਉਦੋਂ ਜ਼ੀਰੋ FIR ਕੱਟੀ ਗਈ ਆ। ਤੁਸੀਂ ਬਾਖੂਬੀ ਜਾਣੂ ਹੋ ਵੀ ਜ਼ੀਰੋ FIR ਕੀ ਹੁੰਦੀ ਆ, ਜਾਣਦੇ ਹੋਏ ਕੀ। ਹਾਲਾਂਕਿ ਉਹਦਾ ਮਨੀਪੁਰ ਦਾ ਸਾਰਾ ਖੇਤਰ ਮੈਨੂੰ ਲੱਗਦਾ ਲੁਧਿਆਣੇ ਨੂੰ ਤੇ ਫਤਿਹਗੜ੍ਹ ਸਾਹਿਬ ਨੂੰ ਜੇ ਇਕੱਠਾ ਕਰ ਲਈਏ ਉਦੋਂ ਵੱਡਾ ਹੈ ਨਹੀਂਗਾ। ਇਹ ਜਾਣਦੇ ਹੋਏ ਕੀ ਵੀ ਉੱਥੇ ਕਲਪਰੇਟਸ ਕੌਣ ਸੀਗੇ, ਦੋਸ਼ੀ ਕੌਣ ਸੀਗੇ। 18 ਦਿਨਾਂ ਬਾਅਦ ਜ਼ੀਰੋ FIR ਹੋਈ ਆ। ਇਹ ਤੋਂ ਬਾਅਦ ਵੀਡੀਓ ਵਾਇਲੈਂਸ ਹੋਈ ਆ। ਲੇਡੀਜ਼ ਨੂੰ ਹੁਣ ਪਤਾ ਲੱਗ ਰਿਹਾ ਵੀ ਅਕਸਰ ਹੀ ਉੱਥੇ ਐਵੇਂ ਚੱਕ ਕੇ ਲੈ ਜਾਂਦੇ ਆ ਦੂਜੇ ਸਮੁਦਾਇ ਦੇ, ਤੇ ਜੋ ਵੀ ਹੈ ਵੀ ਉੱਥੇ ਇਹੋ ਜਿਹਾ ਕੁਝ ਕਰਦੇ ਆ, ਪਰ ਮਿਊਟ ਦਰਸ਼ਕ ਬਣ ਕੇ ਬੈਠੀ ਆ ਉੱਥੇ ਸਰਕਾਰ ਤੇ ਪੁਲਿਸ ਐਡਮਿਨਿਸਟ੍ਰੇਸ਼ਨ। ਸੁਪਰੀਮ ਕੋਰਟ ਦੀਆਂ ਤਿੱਖੀਆਂ ਟਿੱਪਣੀਆਂ ਅੱਜ ਤੁਸੀਂ ਵੀ ਪੜ੍ਹੀਆਂ ਤੇ ਅੱਜ ਮੈਂ ਵੀ ਪੜ੍ਹੀਆਂ। ਮੈਨੂੰ ਲੱਗਦਾ ਆਪਾਂ ਨੂੰ ਉਸ ਪਾਸੇ ਨੂੰ ਲੈ ਜਾਂਦੀਆਂ ਜਿੱਥੇ ਇੱਕ ਜੰਗਲ ਰਾਜ ਦਾ ਬੋਲਬਾਲਾ ਹੋਵੇ ਤੇ ਸੁਪਰੀਮ ਕੋਰਟ DGP ਨੂੰ ਸਪੈਸ਼ਲ ਕੁਐਸਚਨਰੀਜ਼ ਭੇਜੇ, ਸਪੈਸ਼ਲ ਕੁਐਸਚਨਰੀਜ਼। ਉੱਥੇ ਭਾਰਤ ਸਰਕਾਰ ਦਾ ਵਕੀਲ ਵੀ ਉਹ ਕੁਐਸਚਨਰੀਜ਼ ਦੇ ਜਵਾਬ ਨਾ ਦੇ ਸਕੇ ਵੀ DGP ਆ ਕੇ ਇਹਨਾਂ ਸਵਾਲਾਂ ਦਾ ਜਵਾਬ ਦੇਵੇ। ਮੈਨੂੰ ਲੱਗਦਾ ਬਹੁਤ ਹੀ ਨਿੰਦਕ ਚੀਜ਼ ਹੈਗੀ ਆ ਇਹ। ਆਪਾਂ ਨੂੰ ਨੋ ਡਾਊਟ ਪੋਲੀਟੀਕਲ ਪਾਰਟੀਜ਼ ਦੇ ਵਿੱਚ ਰਹਿੰਦੇ ਹੋਏ ਕਿਤੇ ਨਾ ਕਿਤੇ ਅਸੀਂ ਵੋਟ ਪੋਲੀਟਿਕਸ ਕਰਦੇ ਹਾਂ, ਅਸੀਂ ਕਈ ਕੁਛ ਇੱਥੇ ਮੈਨੂਪੂਲੇਸ਼ਨ ਹੁੰਦੀ ਆ, ਪਰ ਸਾਨੂੰ ਅੱਜ ਇੰਟਰੋਸਪੈਕਟ ਕਰਨ ਦੀ ਗੱਲ ਹੈਗੀ ਆ ਵੀ ਜਿੱਥੇ ਅਸੀਂ ਆਰਟੀਕਲ 44 ਦੀ ਗੱਲ ਕਰਦੇ ਹਾਂ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਹੁਣ ਮੈਂ ਨਾਉ ਤੇ ਆ ਰਿਹਾ ਵਾਂ। ਜਿਹੜੀ ਆ ਘਟਨਾ ਹਰਿਆਣੇ ਦੇ ਵਿੱਚ ਹੋਈ ਆ, ਬਹੁਤ ਦੁਖਾਂਤ ਤੇ ਬਹੁਤ ਦੁਖਦਾਈ ਘਟਨਾ ਵਾ। ਚੰਨੀ ਸਾਹਿਬ ਤੁਸੀਂ ਵੀ ਜਾਣਦੇ ਹੋ ਇਹ ਪ੍ਰੀ ਪਲੈਨਡ ਸੀਗੀ, ਇਹ ਘਟਨਾ ਪ੍ਰੀ ਪਲੈਨਡ ਸੀਗੀ। ਮੈਂ ਸਿੱਧ ਸਾਹਿਬ ਇੱਥੇ ਦੱਸਣਾ ਇਹ ਚਾਹੁੰਦਾ ਵੀ ਨਾਓ ਮੈਵਾੜ ਦਾ ਉਹ ਇਲਾਕਾ ਵਾ ਜਿਹੜਾ ਅਤਿਅੰਤ ਗਰੀਬੀ ਭਰਿਆ ਇਲਾਕਾ ਵਾ ਤੇ ਉੱਥੇ 70-80% ਪਾਪੂਲੇਸ਼ਨ ਮੁਸਲਿਮ ਪਾਪੂਲੇਸ਼ਨ ਹੈਗੀ ਆ। ਚੰਨੀ ਸਾਹਿਬ ਹਰੇਕ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਨਾਓ ਦੇ ਨੇੜੇ ਹੀ ਇੱਕ ਨਾਲਾਗੜ੍ਹ ਕਰਕੇ ਪਿੰਡ ਆ ਜਿੱਥੇ ਇੱਕ ਪ੍ਰਾਚੀਨ ਸ਼ਿਵ ਮੰਦਿਰ ਆ, ਜਿੱਥੇ ਯਾਤਰਾ ਨਿਕਲਦੀ ਆ, ਉੱਥੇ ਸ਼ਿਵ ਭਗਤ ਇਕੱਠੇ ਹੁੰਦੇ ਆ। ਤੇ ਪਿਛਲੀ ਵਾਰੀ ਉਹ ਸ਼ਿਵ ਵੀ ਇਹੋ ਜਿਹਾ ਕੁਝ ਹੋਇਆ ਸੀਗਾ ਤੇ ਮੌਕੇ ਤੇ ਸਿਚੁਏਸ਼ਨ ਸੰਭਾਲ ਲਈ ਗਈ ਸੀਗੀ। ਇੱਕ ਮੁਸਲਿਮ ਮਜ਼ਾਰ ਜਿਹੜੀ ਸੀਗੀ ਉਹ ਤੋੜ ਦਿੱਤੀ ਗਈ ਸੀਗੀ ਸ਼ਿਵ ਭਗਤਾਂ ਵੱਲੋਂ। ਗੱਲ ਕੀ ਪਿਛਲੀ ਵਾਰੀ ਮਸਲਾ ਠੰਡਾ ਹੋ ਗਿਆ ਸੀਗਾ, ਐਡਮਿਨਿਸਟ੍ਰੇਸ਼ਨ ਐਕਟਿਵ ਸੀਗਾ, ਐਤਕੀ ਐਕਟਿਵ ਨਹੀਂ ਸੀਗਾ। ਇਦੋਂ ਵੀ ਵੱਧ ਕੇ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਵੀ ਉਹ ਨਾਓ ਦਾ ਇਲਾਕਾ ਹਰਿਆਣੇ ਦੇ ਵਿੱਚ 20 ਜ਼ਿਲ੍ਹੇ ਨੇ ਤੇ ਇੱਕ ਜ਼ਿਲ੍ਹਾ ਇਹੋ ਜਿਹਾ ਵਾ ਜਿਹੜਾ ਨੀਤੀ ਆਯੋਗ ਨੇ ਸਭ ਤੋਂ ਵੱਧ ਗਰੀਬ ਡਿਕਲੇਅਰ ਕੀਤਾ ਹੋਇਆ, ਬੈਕਵਰਡ ਡਿਸਟ੍ਰਿਕਟ ਡਿਕਲੇਅਰ ਕੀਤਾ ਹੋਇਆ। ਸਰਕਾਰ ਦੀ ਉੱਥੇ ਕੋਈ ਸਪੈਸ਼ਲ ਤਵੱਜੋ ਨਹੀਂ ਕਿਉਂਕਿ ਉੱਥੇ 80% ਪਾਪੂਲੇਸ਼ਨ ਮੁਸਲਿਮ ਪਾਪੂਲੇਸ਼ਨ ਆ ਤੇ ਉੱਥੇ ਕੋਈ ਵੀ ਚੀਜ਼ ਟ੍ਰਿਗਰ ਹੁੰਦੀ ਆ ਤਾਂ ਪੂਰੀ ਉਹ ਹਰਿਆਣਾ ਤੇ ਪੰਜਾਬ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਕਰਦੀ ਆ ਐਜ਼ ਇਟ ਇਜ਼, ਜਿਵੇਂ ਆਪਣਾ ਇੱਕ ਮਰੇਲਕੋਟਲਾ ਟਾਊਨ ਹੈਗਾ ਵਾ। ਤੇ ਐਤਕੀ ਜਿਹੜਾ ਉੱਥੇ ਐਡਮਿਨਿਸਟ੍ਰੇਸ਼ਨ ਸੀਗਾ ਪ੍ਰਤੀਤ ਇਹ ਹੁੰਦਾ ਪਰਸੈਮਾ ਪਰਸਾਈ, ਹਜੇ ਇਨਵੈਸਟੀਗੇਸ਼ਨਾਂ ਹੋਣੀਆਂ ਬਾਕੀ ਆ ਵੀ ਕਿਤੇ ਨਾ ਕਿਤੇ ਢਿੱਲ ਦਿੱਤੀ ਗਈ ਸੀਗੀ ਵੀ ਜਦੋਂ ਇਹ ਯਾਤਰਾ ਆਵੇ ਇਹ ਹੁੱਲੜਬਾਜੀ ਕਰੇ ਤਾਂ ਕੋਈ ਤੇ ਬਾਹਲਾ ਕੋਈ ਇੰਟਰਫੇਰੈਂਸ ਨਾ ਆਵੇ। ਤੁਸੀਂ ਚੰਗੀ ਤਰ੍ਹਾਂ ਭਲੀ ਭਾਂਤੀ ਹੋ ਵੀ ਜਿੰਨੀਆਂ ਮੋਬ ਲਾਂਚਿੰਗ ਹੋਈਆਂ ਉਹ ਉਸੇ ਹੀ ਏਰੀਏ ਤੋਂ ਹੋਈਆਂ, ਇਹ ਜਾਣਦੇ ਹੋਏ ਕਿ ਉਹ ਬੜਾ ਹੀ ਸੈਂਸਿਟਿਵ ਏਰੀਆ ਹੈਗਾ, ਜਿਹੜਾ ਥੋੜਾ ਜਿਹਾ ਮਵਾਦ ਦਾ ਏਰੀਆ ਰਾਜਸਥਾਨ 'ਚ ਵੀ ਪੈਂਦਾ, ਹਰਿਆਣੇ 'ਚ ਵੀ ਪੈਂਦਾ ਵਾ, ਵੀ ਉੱਥੇ ਸਾਨੂੰ ਤਵੱਜੋ ਦੇਣੀ ਚਾਹੀਦੀ ਸੀਗੀ ਇਹੋ ਜਿਹੇ ਸਮੇਂ ਤੇ ਇਹ ਸਾਰਾ ਕੁਝ ਪ੍ਰੀ ਪਲੈਨਡ ਹੋ ਰਿਹਾ। ਇੱਥੇ ਹੀ ਗੱਲ ਨਹੀਂ ਰੁਕਦੀ, ਗੱਲ ਜਿਵੇਂ ਦੁਸ਼ਯੰਤ ਚਟਾਲੇ ਨੇ ਵੀ ਕਹੀ ਆ, ਜਦੋਂ ਪਿੱਛੇ ਹੋਮ ਮਿਨਿਸਟਰ ਨੇ ਆ ਕੇ ਇਹ ਇੱਕ ਪਬਲਿਕ ਅਨਾਉਂਸਮੈਂਟ ਕਰ ਦੇਣੀ ਹੈ ਮਾੜੀ ਆ, ਚਾਹੇ ਅਸੀਂ ਪੰਜਾਬ 'ਚ ਕਰੀਏ ਚਾਹੇ ਕਿੱਥੇ ਕਰੀਏ, ਵੀ ਅਸੀਂ ਜਾਟ ਇੱਥੋਂ ਦਾ CM ਨਹੀਂ ਬਣ ਦੇਣਾ, ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਆਪਾਂ ਕਿਊਮਨਲ ਪੋਲਿਟਿਕਸ ਲਈ ਨੂੰ ਵੱਧ ਰਹੇ ਹਾਂ, ਜਿਹੜੀ 2024 ਦੇ ਵਿੱਚ ਮੈਂ ਵੀ ਤੁਸੀਂ ਜਿੱਤ ਜਾਓ, ਪਰ ਐਟ ਦੀ ਐਂਡ ਹਿੰਦੁਸਤਾਨ ਦੇ ਭਵਿੱਖ ਲਈ ਇੱਕ ਬਹੁਤ ਹੀ ਖਤਰਨਾਕ ਸਟਿਗਮਾ ਹੈਗਾ। ਡਾਕਟਰ ਬਰਾਗੀ ਤੁਹਾਡਾ ਵੀ ਬਣਾ ਗਿਆ। ਚੰਨੀ ਸਾਹਿਬ ਵੱਡਾ ਸਵਾਲ ਜਿਹੜਾ ਡਾਕਟਰ ਬਰਾਗੀ ਵੱਲੋਂ ਲਿਆ ਗਿਆ, ਮੈਂ ਉਸ ਨੂੰ ਦੁਹਰਾਵਾਂ, ਇਸ ਤੋਂ ਪਹਿਲਾਂ ਤੁਸੀਂ ਵੀ ਸੁਣਿਆ, ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਬੜਾ ਸੈਂਸਿਟਿਵ ਇਸ਼ੂ ਹੈ। ਇਹਨਾਂ ਦਾ ਕਹਿਣਾ ਕਿ ਜਾਣ ਬੁੱਝ ਕੇ ਹਰਿਆਣਾ 'ਚ ਇਸ ਤਰੀਕੇ ਨਾਲ ਇੱਕ ਸਾਜ਼ਿਸ਼ ਘੜੀ ਗਈ, ਅੱਗਾਂ ਲਾਈਆਂ ਗਈਆਂ ਤਾਂ ਕਿ ਪੋਲਰਾਈਜੇਸ਼ਨ ਹੋਵੇ ਔਰ 24 ਦੇ ਵਿੱਚ ਉਹ ਫਿਰ ਉਸ ਦਾ ਲਾਹਾ ਲਿਆ ਜਾਵੇ। ਦੇਖੋ ਸਿੱਧੂ ਸਾਹਿਬ, ਕੋਈ ਵੀ ਐਡਮਿਨਿਸਟ੍ਰੇਸ਼ਨ ਹੋਵੇ, ਕੋਈ ਵੀ ਰਾਜਸੀ ਪਾਰਟੀ ਹੋਵੇ, ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਕਦੇ ਉਹ ਆਪਦੇ ਹੱਥੀਂ ਜਾਂ ਜਾਣ ਬੁੱਝ ਕੇ ਅਜਿਹਾ ਕੰਮ ਨਹੀਂ ਕਰਦਾ।
ਤੇ ਨਾ ਹੀ ਉਹਨਾਂ ਨੂੰ ਕਰਨਾ ਬਣਦਾ ਜਾਂ ਕਰਨਾ ਚਾਹੀਦਾ। ਜਿੱਥੋਂ ਤੱਕ ਹਰਿਆਣੇ ਦਾ ਮਸਲਾ ਹੈਗਾ, ਨੂੰਹ ਦਾ ਵਿਵਾਦ ਦਾ, ਉਹਦੇ ਵਿੱਚ ਜਿਹੜੇ ਖੱਟਰ ਸਾਹਿਬ ਆਪਣੇ ਚੀਫ ਮਿਨਿਸਟਰ ਨੇ ਔਰ ਇਹਨਾਂ ਦੇ ਹੋਮ ਮਿਨਿਸਟਰ ਨੇ ਮਿਸਟਰ ਵਿਜ, ਉਹਨਾਂ ਨੇ ਬਹੁਤ ਕਲੀਅਰ ਸਟੇਟਮੈਂਟ ਦਿੱਤੀਆਂ ਨੇ ਕਿ ਇਹ ਜਿਹੜੀ ਇੱਥੇ ਕੋਈ ਸਾਜ਼ਿਸ਼ ਹੋਈ ਹੈ, ਇੱਥੇ ਸ਼ਰਾਰਤ ਹੋਈ ਹੈ। ਔਰ ਉਹ ਜਿਹੜੀ ਸਾਜ਼ਿਸ਼ ਤੇ ਸ਼ਰਾਰਤ ਹੈਗੀ ਹੈ, ਇੱਕ ਵਾਰੀ ਉਹਨਾਂ ਨੇ ਕਿਹਾ ਕਿ ਹਾਲਾਤ ਠੀਕ ਹੋ ਜਾਣ, ਅਸੀਂ ਇਹਦੀ ਪੂਰੀ ਡੂੰਘਾਈ ਦੇ ਵਿੱਚ ਜਾ ਕੇ ਜਿਹੜਾ ਵੀ ਬੰਦਾ, ਚਾਹੇ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈ, ਚਾਹੇ ਉਹ ਸਿਆਸੀ ਹੈ, ਕਿਉਂਕਿ ਅੱਜ ਕੱਲ੍ਹ ਕੀ ਹੈਗਾ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਔਰ ਕੋਈ ਗੱਲ ਹੁੰਦੀ ਨਹੀਂ, ਲੋਕ ਉਹ ਜਿਹੜਾ ਪਤਾ ਨਹੀਂ ਮੋਨੂ ਸੋਨੂ ਕੌਣ ਹੈ, ਉਹ ਗਿਆ ਵੀ ਨਹੀਂ ਉੱਥੇ, ਕਹਿੰਦਾ ਵੀ ਮੈਂ ਪਹੁੰਚ ਰਿਹਾ, ਕਰ ਰਿਹਾ, ਇਹ ਹੈ ਉਹ। ਮਤਲਬ ਲੋਕ ਹੁਣ ਥਾਂ ਥਾਂ ਹਰੇਕ ਬੰਦੇ ਦੇ ਹੱਥ ਦੇ ਵਿੱਚ ਇੱਕ ਹੈਗਾ ਹੈਂਡ ਗ੍ਰਨੇਡ, ਇੱਕ ਹੈਗਾ ਉਹਦੇ ਹੱਥ 'ਚ ਤੀਲੀ। ਉਹ ਕੋਈ ਬੰਦਾ ਵੀ ਕਿਤੇ ਵੀ ਜਿਹੜਾ ਬੰਬ ਹੈਗਾ ਉਹ ਸੁੱਟਣ ਦੇ ਸਮਰੱਥ ਹੈ। ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸੁਸਾਇਟੀ ਦਾ ਭਲਾ ਕਿਸ ਚੀਜ਼ ਦੇ ਵਿੱਚ ਹੈ ਔਰ ਬਿਨਾਂ ਕਿਸੇ ਪੱਖਪਾਤ ਤੋਂ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ, ਖਾਸ ਕਰਕੇ ਜਿਹੜਾ ਰੂਲ ਆਫ ਲਾਅ ਹੈ। ਬਿਲਕੁਲ ਸਿੰਘ ਸਾਹਿਬ ਬਿਲਕੁਲ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ, ਜਿੱਦਾਂ ਤੁਸੀਂ ਕਿਹਾ ਕਿ ਹੱਥ 'ਚ ਕਿਤੇ ਬੰਬ ਹੈ ਜਾਂ ਤੀਲੀ ਹੈ, ਸ਼ਰਾਰਤੀ ਅੰਸਰ ਇਹੋ ਜਿਹੇ ਹਮੇਸ਼ਾ ਸਮਿਆਂ 'ਚ ਹੁੰਦੇ ਆ ਔਰ ਉਹਨਾਂ 'ਤੇ ਨੱਥ ਵੀ ਪਾਈ ਜਾਂਦੀ ਹੈ। ਪਰ ਕਿਧਰੇ ਸਰਕਾਰਾਂ ਦੀ ਦੇਖੋ ਜ਼ਿੰਮੇਵਾਰੀ ਇੰਨੀ ਗੱਲ ਨਾਲ ਨਿਬੜ ਨਹੀਂ ਨਾ ਜਾਂਦੀ। ਜੇ ਆਪਾਂ ਈਡੀ ਦਿੱਲੀ ਤੋਂ ਚੱਲਦੀ ਹੈ, ਖੰਨੇ ਦੇ ਕਿਸੇ ਪਿੰਡ ਜਾ ਕੇ ਛਾਪਾ ਮਾਰ ਲੈਂਦੀ, ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਕੀ ਗੜਬੜ ਹੋ ਰਹੀ ਹੈ। ਜੇ ਜਿਹੜਾ ਦਿੱਲੀ ਤੋਂ ਈਡੀ ਚੱਲਦੀ ਹੈ, ਗੁਰਦਾਸਪੁਰ ਦੇ ਕਿਸੇ ਛੋਟੇ ਜਿਹੇ ਪਿੰਡ ਜਾ ਕੇ ਛਾਪਾ ਮਾਰ ਲੈਂਦੀ ਹੈ, ਤਾਂ ਜਦੋਂ ਐਡਾ ਵੱਡਾ, ਜਿੱਦਾਂ ਬਰਾਗੀ ਸਾਹਿਬ ਨੇ ਕਿਹਾ, ਇੱਕ ਐਡੀ ਵੱਡੀ ਘਟਨਾ, ਉੱਥੇ ਪਤਾ ਵੀ ਸੈਂਸਿਟਿਵ ਏਰੀਆ ਹੈ, ਮੁਸਲਿਮ ਏਰੀਆ ਹੈ, ਉਸ ਏਰੀਏ 'ਚ ਹੀ ਕਿਉਂ ਗੜਬੜ ਹੋਈ? ਹੁਣ ਉਹ ਕਹਿ ਰਹੇ ਕਿ ਸਾਜ਼ਿਸ਼ ਨੂੰ ਬੇਨਕਾਬ ਕਰਾਂਗੇ। ਬੇਨਕਾਬ ਚੰਨੀ ਸਾਹਿਬ ਕੀ ਕਰਨਗੇ? ਅੱਗ ਤਾਂ ਲੱਗ ਗਈ, ਹੁਣ ਬੇਨਕਾਬ ਕਰਨ ਚਾਹੇ ਨਾ ਕਰਨ, ਅੱਗ ਤਾਂ ਲੱਗ ਗਈ ਨਾ ਜੀ, ਤਬਾਹੀ ਤਾਂ ਹੋ ਗਈ ਉੱਥੇ। ਦੇਖੋ ਗੱਲ ਇਹ ਹੈਗੀ ਹੈ, ਬੇਨਕਾਬ ਕੀ ਕਰਨਗੇ? ਬੇਨਕਾਬ ਤਾਂ ਸੀ ਜੇ ਪਹਿਲਾਂ ਕਰ ਲੈਂਦੇ। ਬੇਨਕਾਬ ਹੁੰਦੀ ਹੈ ਸਰ, ਤੁਸੀਂ ਪ੍ਰਸ਼ਾਸਕ ਰਹੇ ਹੋ, ਬੇਨਕਾਬ ਹੁੰਦੀ ਹੈ ਜੇ ਸਾਜ਼ਿਸ਼ ਹੋਣ ਤੋਂ ਪਹਿਲਾਂ ਬੇਨਕਾਬ ਹੋ ਜੇ। ਹੁਣ ਕੀ ਬੇਨਕਾਬ ਹੋਊਗਾ? ਹੁਣ ਤਾਂ ਅੱਗਾਂ ਲੱਗ ਗਈਆਂ। ਨਹੀਂ, ਮੈਂ ਇਸ ਗੱਲ ਨੂੰ ਲਾਈਟਲੀ ਨਹੀਂ ਲੈਣਾ ਚਾਹੁੰਦਾ, ਨਾ ਹੀ ਕਰਨਾ ਚਾਹੁੰਦਾ, ਪਰ ਜੇ ਤੁਸੀਂ ਮੰਨ ਲਓ ਜੇ ਹੁਣ ਵੀ ਆਪਾਂ ਕੰਟਰੋਲ ਨਾ ਕਰੀਏ, ਫਿਰ ਗੱਲ ਕਿੱਧਰੋਂ ਜਾਊਗੀ? ਇੱਥੇ ਗੱਲ ਨਹੀਂ ਮੁੱਕਣੀ ਜੀ। ਗੱਲ ਤਾਂ ਜਦੋਂ ਉਹਦੇ ਤੇ ਦੇਖੋ, ਹੁਣ ਚਾਹੇ ਸੋਸ਼ਲ ਮੀਡੀਆ, ਉਹਨੂੰ ਕਿੱਦਾਂ ਰਿਸਟ੍ਰੇਨ ਕਰਨਾ, ਉਹਦੇ ਵਾਸਤੇ ਨਵਾਂ ਕਾਨੂੰਨ ਆ ਰਿਹਾ, ਕਿਉਂਕਿ ਜਿਵੇਂ ਜਿਵੇਂ ਹਰ ਚੀਜ਼ ਦੀ ਡਿਵੈਲਪਮੈਂਟ ਹੋ ਰਹੀ ਹੈ, ਨਵੀਆਂ ਆ ਰਹੀਆਂ ਨੇ, ਸਾਰੇ ਡਿਵਾਈਸਿਸ ਆ ਰਹੀਆਂ ਨੇ, ਐਪਸ ਆ ਰਹੀਆਂ ਨੇ, ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਨੂੰ ਇਹ ਫਿਰ ਤਾਂ ਕਿਸੇ ਵੇਲੇ ਫਿਰ ਤਾਂ ਨਵੇਂ ਕਾਨੂੰਨ ਬਣਾਉਣ ਦੀ ਲੋੜ ਹੀ ਨਹੀਂ, ਫਿਰ ਤਾਂ ਨਵਾਂ ਕੁਝ ਕਰਨ ਦੀ ਲੋੜ ਹੀ ਨਹੀਂ। ਜੋ ਹੋ ਗਿਆ ਇਹ ਨਹੀਂ ਹੈ। ਉਹ ਜਿਹੜੀ ਸ਼ਰਾਰਤ ਹੋ ਗਈ ਉਹ ਵੱਖਰੇ ਤੌਰ ਤੇ ਹੈ, ਨਵੀਂ ਸ਼ਰਾਰਤ ਨਾ ਹੋਵੇ। ਔਰ ਜੀ ਅੱਗੇ ਨੂੰ ਜਿਹੜੇ ਹਾਲਾਤ ਹੈਗੇ ਨੇ ਉਹਨਾਂ ਨੂੰ ਪ੍ਰੋਪਰਲੀ ਮੇਨਟੇਨ ਕਰਨਾ ਹੈਗਾ, ਉਹ ਵੱਖਰੀ ਗੱਲ। ਸੋ ਇਸ ਕਰਕੇ ਉਹਨਾਂ ਨੇ ਕੋਈ ਪੱਖਪਾਤ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਇਹ ਕਿਹਾ ਕਿ ਪਿਛਲੇ ਸਾਲ ਵੀ ਜਿਹੜੀ ਇੱਥੋਂ ਇਹ ਯਾਤਰਾ ਲੰਘੀ ਸੀਗੀ, ਨਹੀਂ ਕੁਝ ਹੋਇਆ। ਉਹ ਕਈ ਵਾਰੀ ਕੋਈ ਸ਼ਰਾਰਤ ਦੀ ਪਤਾ ਕਿਹੜਾ ਤੁਹਾਨੂੰ ਦੱਸ ਕੇ ਉਹਨੇ ਸ਼ਰਾਰਤ ਕਰਨੀ ਹੈ, ਉਹਨਾਂ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਪਰ ਜਿਹੜੇ ਬੰਦੇ ਨੇ ਵੀ ਸ਼ਰਾਰਤ ਕੀਤੀ ਹੈ ਉਹਨੂੰ ਵਿਲ ਬੀ ਬ੍ਰੌਟ ਟੂ ਦਾ ਬੁੱਕ। ਓਕੇ, ਬਾਕੀ ਮਹਿਮਾਨ ਵੀ ਇਸ ਮੁੱਦੇ ਤੇ ਸ਼ਾਇਦ ਸਵਾਲ ਲੈਣਾ ਚਾਹੁੰਦੇ। ਡਾਕਟਰ ਬਾਕੀ ਥੋੜਾ ਕੁਝ ਸੈਕਿੰਡ ਲਈ। ਚੰਨੀ ਸਾਹਿਬ ਤੁਸੀਂ ਬਿਲਕੁਲ ਖੂਬ ਫਰਮਾਇਆ ਵੀ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਵਾਕਈ ਸਹੀ ਗੱਲ ਆ। ਸਵਾਲ ਤਾਂ ਹੀ ਪੈਦਾ ਹੁੰਦੇ ਆ ਵੀ 9 ਸਾਲ ਹੋ ਗਏ ਜਿੱਥੇ ਡਬਲ ਇੰਜਨ ਦੀ ਸਰਕਾਰ ਹੋਵੇ ਤੇ ਅੰਤ ਦੀ ਉਸ ਏਰੀਏ ਵਿੱਚ ਗਰੀਬੀ ਹੋਵੇ, ਪਤਾ ਹੋਵੇ ਸਾਰਾ ਕੁਝ ਹੋਣਾ, ਤੇ ਇਹ ਵੀ ਪਤਾ ਹੋਵੇ ਵੀ ਇੱਕ ਤੀਰ ਨਾਲ ਅਸੀਂ ਕਈ ਨਿਸ਼ਾਨੇ ਫੁੰਡ ਸਕਦੇ ਹਾਂ, ਤਾਂ ਮੈਨੂੰ ਲੱਗਦਾ ਨੀਅਤ ਤੇ ਸ਼ੱਕ ਕਰਨਾ ਬਣਦਾ ਹੀ ਬਣਦਾ ਵਾ। ਚੰਨੀ ਸਾਹਿਬ ਦੂਜੀ ਗੱਲ ਮੈਂ ਇਹ ਸਮਝਣਾ ਚਾਹੁੰਦਾ, ਤੁਸੀਂ ਕਿਸੇ ਸੋਨੂ ਮੋਨੂ ਦਾ ਨਾਂ ਲਿਆ, ਮੈਨੂੰ ਵੀ ਉਹ ਯਾਦ ਆ ਗਿਆ। ਜਦੋਂ ਲਾਂਚਿੰਗ ਹੋਈ ਸੀਗੀ ਉਹਨੇ ਬੜਾ ਹੀ ਕਰੂਅਲ ਰੋਲ ਪੈਦਾ ਕੀਤਾ ਸੀਗਾ, ਤੇ ਤੁਹਾਨੂੰ ਵੀ ਯਾਦ ਹੋਊਗਾ ਵੀ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਐਂ ਘੁੰਮ ਰਹੀ ਆ ਜਿਵੇਂ ਕਿਸੇ ਪ੍ਰਚਾਰਕ ਦੀ ਘੁੰਮ ਰਹੀ ਹੋਵੇ, ਹਾਲਾਂਕਿ ਉਹ ਪੀਓ ਡਿਕਲੇਅਰਡ ਆ। ਤਾਂ ਐਡਮਿਨਿਸਟ੍ਰੇਸ਼ਨ ਕਿੱਥੇ ਬੈਠਾ? ਇੱਕ ਗੱਲ। ਦੂਜੀ ਗੱਲ ਕੀ, ਜਦੋਂ ਪੰਜਾਬ ਦੇ ਵਿੱਚ ਇੱਕ ਕੋਈ ਇਨਸੀਡੈਂਟ ਹੁੰਦਾ, NIA ਲੈ ਕੇ ਦਬੜੂਖਾਨੇ ਸਾਡੇ ਨੌਜਵਾਨ ਭੇਜ ਦਿੱਤੇ ਜਾਂਦੇ ਆ। ਮੈਂ ਮੈਰਿਟ ਤੇ ਨਹੀਂ ਜਾਂਦਾ, ਚੰਗੀ ਆ ਕਿ ਮਾੜੀ ਆ, ਸ਼ਾਇਦ ਤਾਂ ਕਿਉਂਕਿ ਉਹ ਮਿਨੋਰਟੀ ਨੂੰ ਬਿਲੋਂਗ ਕਰਦੇ ਆ, ਮਾਫ ਕਰਨਾ ਮੈਂ ਅਲਫਾਜ਼ ਜਾਂ ਇਹੋ ਜਿਹੀ ਗੱਲ ਕਹਿਣੀ ਜਾਂ ਬੋਲਣੀ ਨਹੀਂ ਚਾਹੁੰਦਾ ਹੁੰਦਾ,
ਤੇ ਪਰ ਜਿੱਥੇ ਮੋਨੂ ਸ਼ੋਨੂ ਸ਼ਰਮੇ ਦੀ ਗੱਲ ਹੋ ਜਵੇ ਤੇ ਸ਼ਰੇਆਮ ਇਹੋ ਜਿਹਾ ਕੁਝ ਹੋਵੇ, ਲਾਂਚਿੰਗ ਹੋਵੇ ਕਿ ਦਬੜੂ ਖਾਨੇ ਵਾਲੀ ਜੇਲ੍ਹ ਦੇ ਦਰਵਾਜ਼ੇ ਉਹਨਾਂ ਲਈ ਵੀ ਨਹੀਂ ਖੁੱਲ੍ਹੇ ਰਹਿਣੇ ਚਾਹੀਦੇ, ਕਿ ਉਹਨਾਂ ਤੇ ਵੀ NIA ਵਗੈਰਾ ਨਹੀਂ ਲੱਗਣੀ ਚਾਹੀਦੀ ਵੀ ਜਿਹੜਾ ਇਸ ਤਰ੍ਹਾਂ ਦਾ ਇਹ ਭੜਕਾਊ ਚੀਜ਼ਾਂ ਕਰਦੇ ਆ। ਤੇ ਪੰਜਾਬ ਦੇ ਵਿੱਚ ਤਾਂ ਐਕਟੀਵਿਟੀਜ਼ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਮਾਈਨਸ 'ਚ ਹੁੰਦੀਆਂ, ਤੇ ਜਿਹੜੇ ਹਿਸਾਬ ਨਾਲ ਆਪਾਂ ਮਨੀਪੁਰ ਦੇਖਿਆ ਤੇ ਉੱਥੇ ਦੇਖਿਆ, ਤੇ ਡਬਲ ਇੰਜਨ ਦੀ ਸਰਕਾਰ ਨੂੰ ਜ਼ਰੂਰ ਸੋਚਣਾ ਤੁਹਾਡਾ ਵੀ ਬਣਾਇਆ। ਪੁਲਿਸ ਸਾਹਿਬ ਮੈਂ ਤੁਹਾਡੇ ਤੋਂ ਵੀ ਚੰਨੀ ਸਾਹਿਬ ਇਕੱਠੇ ਹੀ ਜਵਾਬ ਦੇ, ਸ਼ਾਇਦ ਪੁਲਿਸ ਸਾਹਿਬ ਵੀ ਕੁਝ ਕਹਿਣਾ ਚਾਹੁੰਦੇ ਆ। ਪੁਲਿਸ ਸਾਹਿਬ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਵੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਇਹ ਡਬਲ ਫੇਸ ਸਰਕਾਰਾਂ ਨੇ ਜੀ। ਜਿਹੜੀ ਮਿਨੋਰਟੀ ਹੈਗੀ ਹੈ ਜਾਂ ਪੰਜਾਬ ਹੈਗਾ ਉਹਦੇ ਲਈ ਕੁਝ ਹੋਰ ਇਹਨਾਂ ਦਾ ਵੇਖਣ ਦਾ ਤਰੀਕਾ ਨਜ਼ਰੀਆ ਹੈ, ਲੇਕਿਨ ਜਿੱਥੇ ਇਹਨਾਂ ਦਾ ਆਪਣਾ ਸਿਸਟਮ ਹੈ ਉੱਥੇ ਨਜ਼ਰੀਆ ਕੁਝ ਹੋਰ ਹੈ। ਪੰਜਾਬ ਦੇ ਵਿੱਚ ਅੰਮ੍ਰਿਤਪਾਲ ਜਿਹੜਾ ਸੀ ਕਿਹਨੇ ਪ੍ਰੋਜੈਕਟ ਕੀਤਾ ਕਿਹਨੇ ਨਹੀਂ ਕੀਤਾ ਮੈਂ ਉਹ 'ਚ ਨਹੀਂ ਜਾਣਾ ਚਾਹੁੰਦਾ, ਲੇਕਿਨ ਜਿਸ ਤਰੀਕੇ ਨਾਲ ਉਹਦੀ ਵਾਈਫ ਨੂੰ ਆਪਣੇ ਪਰਿਵਾਰ ਕੋਲ ਜਾਣ ਤੋਂ ਬਾਰ-ਬਾਰ ਰੋਕਿਆ ਜਾ ਰਿਹਾ ਹੈ ਔਰ ਉਹਦੇ ਖਿਲਾਫ ਕੋਈ ਕਿਸੇ ਤਰੀਕੇ ਦੀ ਕੋਈ FIR ਜਾਂ ਕੇਸ ਨਹੀਂ ਹੈਗਾ, ਤੇ ਇਹ ਕੀ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਨਹੀਂ ਹੈਗੀ ਸੈਂਟਰ ਸਰਕਾਰ ਵੱਲੋਂ? ਜਾਂ ਇੱਕ ਨੌਜਵਾਨ ਜਿਹੜਾ ਮਾਰਿਆ ਗਿਆ ਜਾਂ ਮਰ ਗਿਆ ਇੰਗਲੈਂਡ ਦੇ ਵਿੱਚ, ਚਾਹੇ ਉਹਨੇ ਕੁਝ ਵੀ ਕੀਤਾ ਸੀ, ਉਹਦੇ ਜਿਹੜੇ ਪਰਿਵਾਰ ਹੈ, ਉਹਦੀ ਮਦਰ ਹੈ, ਉਹਦੀ ਜਿਹੜੀ ਵਾਈਫ ਹੈ, ਆਪਣੇ ਸਿਸਟਰ ਹੈ, ਉਹਦੇ ਸੰਸਕਾਰ ਤੇ ਜਾਣਾ ਚਾਹੁੰਦੇ, ਪਹਿਲਾਂ ਉਹਦੀ ਡੈਡ ਬੋਡੀ ਨਹੀਂ ਆਉਣ ਦਿੱਤੀ। ਜੇ ਉਹ ਸੰਸਕਾਰ ਤੇ ਜਾਣਾ ਚਾਹੁੰਦੇ ਨੇ ਤਾਂ ਉਹ ਰੋਕ ਲਿਆ ਗਿਆ। ਕੀ ਇਹ ਹਿਊਮਨ ਰਾਈਟਸ ਵਾਇਓਲੇਸ਼ਨ ਨਹੀਂ ਹੈਗੀ? ਕੀ ਇਹ ਵੱਖਵਾਦ ਨਹੀਂ ਹੈਗਾ? ਕੀ ਇਹ ਇੱਕ ਤਬਕੇ ਦੇ ਨਾਲ ਬੇਇਨਸਾਫੀ ਨਹੀਂ ਹੈਗੀ? ਪੁਲਿਸ ਸਾਹਿਬ ਤੁਹਾਡੀ ਗੱਲ ਵੀ ਆ ਗਈ। ਇੱਕ ਪਾਸੇ ਇੱਕ ਮਿੰਟ ਸਿੱਧੂ ਸਾਹਿਬ, ਇੱਕ ਪਾਸੇ ਕਥਿਤ ਤੌਰ ਦੇ ਉੱਤੇ ਬਣੇ ਹੋਏ ਲੀਡਰ ਜਿਹੜੇ ਸ਼ੀਸ਼ਾ ਨਹੀਂ ਆਪਣੇ ਨੂੰ ਘੁਆਉਂਦੇ ਨੇ, ਉਹ ਇੱਕ ਤਬਕੇ ਲਈ ਪੁੱਠੀਆਂ ਸਿੱਧੀਆਂ ਜੋ ਨਜਾਇਜ਼ ਗੱਲਾਂ ਕਰ ਸਕਦੇ ਨੇ, ਜੋ ਫਾਲਤੂ ਬਕਵਾਸ ਕਰ ਸਕਦੇ ਉਹ ਕਰਦੇ ਆ, ਉਹਨਾਂ ਵਾਸਤੇ ਤਾਂ ਕੋਈ NSA ਨਹੀਂ ਲੱਗਦੀ। ਲੇਕਿਨ ਦੂਜੇ ਪਾਸੇ ਅਗਰ ਆਵਾਜ਼ ਚੱਕਦਾ ਤੇ ਉਹਨਾਂ ਨੂੰ NSA ਲਾ ਕੇ ਜਾਂ ਉਹਨਾਂ ਨੂੰ ਰੋਕ ਲਾ ਕੇ ਤੇ ਤੁਸੀਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੰਦੇ ਹੋ। ਤੀਸਰੇ ਪਾਸੇ ਜਿਹੜੇ ਸਭ ਤੋਂ ਵੱਡੇ ਨਕਸਲਿਸਟ ਆਪਾਂ ਕਹਿ ਸਕਦੇ ਹਾਂ ਦਰਸ਼ਨ ਸਿੰਘ ਧਾਰੀਵਾਲ, ਉਹਨਾਂ ਨੂੰ ਵੀ 에ਅਰਪੋਰਟ ਤੋਂ ਵਾਪਸ ਕਰ ਦਿੱਤਾ ਗਿਆ ਸੀਗਾ ਤੇ ਫਿਰ ਉਹਨਾਂ ਨਾਲ ਜਾ ਕੇ ਜੱਫੀਆਂ ਵੀ ਪਾਈਆਂ ਗਈਆਂ। ਜੀ ਪੁਲਿਸ ਸਾਹਿਬ ਤੁਹਾਡੀ ਗੱਲੀ ਜਿਹੜੀ ਰਾਜਨੀਤੀ ਹੈ ਕਿਉਂ ਹੈ? ਤੁਹਾਡੀ ਗੱਲ ਆ ਗਈ। ਕਿਉਂ ਇਹ ਧੱਕਾ ਕੀਤਾ ਜਾਂਦਾ? ਤੁਹਾਡਾ ਵਿਊ ਪੁਆਇੰਟ ਆ ਗਿਆ ਪੁਲਿਸ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਚੰਨੀ ਜੀ ਮੈਂ ਮਾਫੀ ਤੁਹਾਡੇ ਕੋਲ ਮੈਂ ਜ਼ਰੂਰ ਡੈਫੀਨਿਟਲੀ ਸਵਾਲ ਲੈਣਾ, ਇਕੱਠੇ ਹੀ ਸਵਾਲ ਜਿਹੜਾ ਹੈਗਾ ਸ਼ਾਇਦ ਸੰਧੂ ਸਾਹਿਬ ਇਸ ਮੁੱਦੇ ਨਾਲ ਜੋੜ ਕੇ ਗੱਲ ਕਹਿਣੀ ਚਾਹੁੰਦੇ, ਫਿਰ ਸਾਰੇ ਮੁੱਦਿਆਂ ਤੇ ਪਲੀਜ਼ ਤੁਸੀਂ ਇਕੱਠੇ ਹੀ ਜਵਾਬ ਦਿਓ। ਸੰਧੂ ਸਾਹਿਬ ਦੇਖੋ ਆਪਣਾ ਸਿੱਧੂ ਸਾਹਿਬ, ਅੱਜ ਕਿੱਥੇ ਇਹਨਾਂ ਦਾ ਪੀਲਾ ਪੰਜਾ ਜਿਹੜਾ ਇਹ ਯੂਪੀ ਚੱਲਦਾ, ਅੱਜ ਚਲਾਉਣੇ ਹਰਿਆਣਾ ਦੇ ਵਿੱਚ, ਢਾਉਣੇ ਉਹਨਾਂ ਦੀ ਦੁਕਾਨਾਂ, ਢਾਉਣੇ ਬਿਲਡਿੰਗਾਂ ਉਹਨਾਂ ਦੀਆਂ, ਜੇ ਪੀਲੇ ਪੰਜੇ ਢਾਉਣੇ ਜੇ ਸ਼ਾਂਤੀਆਂ ਦੀ ਤੇ ਢਾਹ ਦੇਣ ਸਭ। ਇਸ ਤਰ੍ਹਾਂ ਨਹੀਂ ਹੁੰਦਾ ਇਸ ਦੇਸ਼ ਦੇ ਵਿੱਚ। ਜਿਹੜਾ ਬੰਦਾ ਚੁਣ ਕੇ ਆ ਜਾਂਦਾ ਉਹ ਕਹਿੰਦਾ ਵੀ ਸਭ ਕੁਝ ਮੈਂ ਹੀ ਹਾਂ, ਫੌਜ ਵੀ ਮੈਂ, ਪੁਲਿਸ ਵੀ ਮੈਂ, ਬਿਊਰੋਕਰੈਟਸ ਵੀ ਮੈਂ, ਪ੍ਰੈਸ ਵੀ ਮੈਂ, ਸਾਰਾ ਕੁਝ ਕਹਿੰਦੇ ਸੀ। ਇਸ ਤਰ੍ਹਾਂ ਨਹੀਂ ਹੁੰਦਾ। ਆਜ਼ਾਦੀ ਹੁੰਦੀ ਹੈ, ਹਰ ਚੀਜ਼ ਨੂੰ ਸੁਤੰਤਰ ਕੰਮ। ਪ੍ਰੈਸ ਨੂੰ ਤੁਸੀਂ ਵੇਖੋ ਕਿਤਨਾ ਘੁੱਟਣ ਦੇ, ਆ ਪਲੇਅਰਾਂ ਨੂੰ ਵੇਖੋ, ਸਾਡੇ ਇਹਨਾਂ ਨੇ ਇਨਸਾਫ ਦਿੱਤਾ, ਆਪਣੇ ਮੰਤਰੀਆਂ ਨੂੰ ਬਚਾਉਣ ਵਾਸਤੇ ਢਿੱਲ ਦਾ ਇਹਨਾਂ ਨੇ ਜ਼ੋਰ ਲਾਇਆ। ਅੱਜ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਮਣੀਪੁਰ ਦੀ ਗੱਲ ਦੱਸਾਂ ਤੁਹਾਨੂੰ, ਮੈਂ ਤੇ ਜੇ ਸਹੀ ਪੁੱਛੋ ਤੇ ਉਹਨਾਂ ਨੇ ਬਚਾਇਆ ਕਿਉਂ, ਉਹਨਾਂ ਨੂੰ ਅਸਤੀਫਾ ਕਿਉਂ ਦੇ ਦਿੱਤਾ? 2 ਮਿੰਟ ਦੀ ਗੱਲ ਨਹੀਂ, 1 ਮਿੰਟ ਦੀ ਗੱਲ ਹੈ। ਸੰਧੂ ਸਾਹਿਬ ਮੈਂ ਤੁਹਾਡੇ ਕੋਲ ਡੈਫੀਨਿਟਲੀ ਸਵਾਲ ਲੈਣਾ, ਆਪਾਂ ਜਵਾਬ ਲੈ ਲਈਏ ਪਹਿਲਾਂ ਚੰਨੀ ਸਾਹਿਬ ਤੋਂ, ਫਿਰ ਮੈਂ ਆਉਣਾ ਤੁਹਾਡੇ ਵੱਲ ਇਸੇ ਮੁੱਦੇ ਤੇ ਕਹਿਣ ਲਈ। ਚਲੋ ਲੈ ਲਓ ਜੀ ਮੈਂ ਤੁਹਾਡੇ ਵੱਲ ਆਉਣਾ ਫਿਰ। ਚੰਨੀ ਸਾਹਿਬ ਸਿੱਧੇ ਤੌਰ ਤੇ ਇਹ ਵੀ ਕਿਧਰੇ ਕਿਹਾ ਗਿਆ ਕਿ ਕੇਂਦਰ ਦਾ ਜਿਹੜਾ ਨਜ਼ਰੀਆ ਹੈ ਘੱਟ ਗਿਣਤੀਆਂ ਪ੍ਰਤੀ ਕਿਸ ਤਰ੍ਹਾਂ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਜਾਂ ਕਿਸ ਤਰ੍ਹਾਂ ਦੀਆਂ ਜ਼ਾਤੀਆਂ ਜਿਹੜੀਆਂ ਉਹਨਾਂ ਪਰਿਵਾਰਾਂ ਦੀਆਂ, ਔਰਤਾਂ ਦੀ ਗੱਲ ਕਰ ਲਓ, ਮੁੰਡਿਆਂ ਦੀ ਗੱਲ ਕਰ ਲਓ, ਉਹਨਾਂ ਨੌਜਵਾਨਾਂ ਦੀ ਗੱਲ ਕਰ ਲਓ, ਤੇ ਇਹੀ ਰਵੱਈਆ ਜਦੋਂ ਕਿਤੇ ਹਾਕਮਤਰ ਜਿਹੜੀ ਹੈਗੀ ਹੈ ਯੂਪੀ ਹੁੰਦੀ ਹੈ ਤਾਂ ਉੱਥੇ ਜਿਸ ਕਦਰ ਉੱਥੇ ਜਿਹੜਾ ਬਲਡੋਜ਼ਰ ਚੱਲਦੇ ਹੈ, ਪੰਜੇ ਚੱਲਦੇ ਆ, ਤਾਂ ਉਹਨਾਂ ਥਾਵਾਂ 'ਤੇ ਕਿਉਂ ਨਹੀਂ ਚੱਲਦੇ ਜਿੱਥੇ ਹੋਰ ਲੋਕ ਕਰਤੂਤਾਂ ਕਰਦੇ ਆ? ਜੀ ਚੰਨੀ ਸਾਹਿਬ ਦੇਖੋ, ਮੈਂ ਪਹਿਲਾਂ ਵੀ ਕਹਿ ਰਿਹਾ ਸੀਗਾ ਕਿ ਜਿਹੜਾ ਇਹ ਆਪਾਂ ਮੁੱਦੇ ਦੀ ਜਿਸ ਦੀ ਗੱਲ ਕਰ ਰਹੇ ਹਾਂ ਉਹ ਮੁੱਦੇ ਦੇ ਨਾਲ ਬੜੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ। ਹੁਣ ਸੰਧੂ ਸਾਹਿਬ ਵੀ ਗੱਲ ਕਰ ਰਹੇ ਨੇ, ਜੋ ਕੁਝ ਫਿਰ ਇਹ ਕਹਿਣਗੇ ਵੀ ਅਸੀਂ ਤਾਂ ਬਹੁਤ ਮੰਦਭਾਗਾ ਕਹਿੰਦੇ ਹਾਂ ਤੇ ਬਹੁਤ ਵੱਡੀ ਮਾਫੀ ਮੰਗ ਲੈਂਦੇ ਹਾਂ। ਜੋ ਅੱਤਵਾਦ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ, ਪੰਜਾਬ ਦੇ ਜਵਾਨਾਂ ਨਾਲ ਹੋਇਆ, ਪੰਜਾਬ ਦੀਆਂ ਔਰਤਾਂ ਨਾਲ ਹੋਇਆ, ਅਸੀਂ ਤਾਂ ਉਦੋਂ ਜ਼ਿਲ੍ਹਿਆਂ ਦੇ ਵਿੱਚ ਸੀਗੇ, ਉਹਦੀਆਂ ਬੜੀਆਂ ਕਹਾਣੀਆਂ ਹੈਗੀਆਂ ਨੇ ਤੇ ਛੋਟੀਆਂ ਮਾਫੀਆਂ ਉਹਨੂੰ ਨਹੀਂ ਜਸਟੀਫਾਈ ਕਰ ਸਕਦੀਆਂ। ਹੁਣ ਇਹਨਾਂ ਨੇ ਕਮਲਨਾਥ ਨੂੰ ਲੀਡਰ ਉੱਥੇ ਜਿਹੜਾ ਕਨਵੀਨਰ ਮੱਧ ਪ੍ਰਦੇਸ਼ ਦੇ ਵਿੱਚ ਉਹਨੂੰ ਅਨਾਉਂਸ ਕਰਤਾ, ਚਾਹੇ ਜਗਦੀਸ਼ ਟਾਈਟਲ ਦੀ ਗੱਲ, ਮਤਲਬ ਜਿਹੜੇ ਜਿੱਥੇ ਹਜ਼ਾਰਾਂ ਬੰਦੇ ਕਤਲ ਹੋਏ ਨੇ ਉਹਨਾਂ ਨੂੰ ਵਾਸਤੇ 2 4 5 ਬੰਦਿਆਂ ਨੂੰ ਜੇ ਫਾਂਸੀ ਵੀ ਲਾ ਦੋਗੇ, ਕੀ ਉਹ ਇਨਸਾਫ ਦੀ ਤੱਕੜੀ ਤੇ ਪੂਰੇ ਚੀਜ਼ਾਂ ਦੋਨੋਂ ਬਰਾਬਰ ਉਤਰ ਜਾਣਗੀਆਂ, ਬਰਾਬਰ ਆ ਜਾਣਗੀਆਂ ਦੋਨੋਂ ਚੀਜ਼ਾਂ? ਫਿਰ ਜਿਹੜੀ ਆਪਾਂ ਇਹਦੀ ਅੰਮ੍ਰਿਤਪਾਲ ਦੀ ਗੱਲ ਕਰਦੇ ਹਾਂ, ਅੰਮ੍ਰਿਤਪਾਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਸ ਬੰਦੇ ਨੇ ਜਵਾਬ ਦੇਣਾ ਉਹ ਸਾਡੇ ਵਿੱਚ ਬੈਠਾ ਹੀ ਨਹੀਂ, ਆਮ ਜਿਹੜੀ ਸਰਕਾਰ ਦਾ ਤਾਂ ਨੁਮਾਇੰਦਾ ਨਹੀਂ ਹੈਗਾ।
ਹੁਣ ਐਨਐਸਏ ਤਾਂ ਅਸੀਂ ਨਹੀਂ ਲਾਇਆ, ਐਨਐਸਏ ਪਹਿਲਾਂ ਅਮਰਤਪਾਲ ਨੂੰ ਖਿੱਲਣ ਦਿੱਤਾ, ਉਹਨੇ ਪੂਰਾ ਸਾਰਾ ਕੁਝ ਖਿਲਾਰ ਦਿੱਤਾ, ਸਾਰਾ ਹਾਲਾਤ ਖਰਾਬ ਕਰਤੇ। ਚਾਹੇ ਐਸਜੀਪੀਸੀ ਦਾ ਰੋਲ ਲੈ ਲਿਆ, ਹੋਰ ਲੈ ਲਿਆ, ਉਹ ਤਾਂ ਕਿਸੇ ਨੂੰ ਬੋਧ ਨਹੀਂ ਕਰਦਾ ਸੀ। ਐਨਐਸਏ ਲਾਇਆ ਪੰਜਾਬ ਸਰਕਾਰ ਨੇ, ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਤੇ ਉਹ ਠੀਕ ਹੈ ਕਿ ਕਈ ਵਾਰੀ ਆਈਸੋਲੇਸ਼ਨ ਦੇ ਵਿੱਚ ਵੀ ਚੀਜ਼ਾਂ ਰੱਖਣੀਆਂ ਪੈਂਦੀਆਂ ਨੇ ਤਾਂ ਕਿ ਉਹ ਜਿਹੜੇ ਹਾਲਾਤ ਹੋਰ ਖਰਾਬ ਨਾ ਹੋਣ, ਲੋਕਾਂ ਦਾ ਜ਼ਿਆਦਾ ਉੱਥੇ ਇੰਟਰੈਕਸ਼ਨ ਨਾ ਸਰ ਹੋਵੇ। ਕਹਿੰਦੇ ਕਿ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ, ਜਿਹੜੀ ਵੀਡੀਓ ਅੱਗਾਂ ਲਾ ਰਹੀਆਂ, ਲਵਾ ਰਹੀਆਂ ਜਿਹੜੀਆਂ ਹੈਗੀਆਂ, ਉਹ ਜਿਹੇ ਐਲੀਮੈਂਟ ਨੂੰ ਉਹਨਾਂ ਤੇ ਕਿਉਂ ਨਹੀਂ ਐਨਐਸਏ ਲਾ ਕੇ ਉੱਥੇ ਡਿਬਰੂਗੜ੍ਹ ਭੇਜਿਆ ਜਾ ਸਕਦਾ, ਜੇ ਪੰਜਾਬ ਦੇ ਮੁੰਡਿਆਂ ਨੂੰ ਭੇਜਿਆ ਜਾ ਸਕਦਾ, ਇਹ ਕਿਹਾ ਜਾ ਰਿਹਾ। ਦੇਖੋ ਮੈਂ ਉਸੇ ਗੱਲ ਤੇ ਆ ਰਿਹਾ, ਲੈਟ देयर ਬੀ ਐਨ ਇਨਕੁਆਇਰੀ, ਹਾਲਾਤ ਠੀਕ ਹੋ ਜਾਣ। ਜਿਹੜਾ ਬੰਦਾ ਵੀ ਕਿਤੇ ਵੀ ਜ਼ਿੰਮੇਵਾਰ ਹੋਏਗਾ, ਇਰਰਿਸਪੈਕਟਿਵ ਆਫ ਐਨੀ ਪਾਰਟੀ, ਐਨੀ ਅਲਾਈਅੰਸ, ਐਨੀ ਕਲੋਜ਼ਨੈਸ, ਮੋਦੀ ਸਾਹਿਬ ਦੀ ਕੋਈ ਪਾਲਿਸੀ ਹੈ, ਜ਼ੀਰੋ ਟੋਲਰੈਂਸ ਫਾਰ ਟੈਰਰਿਜ਼ਮ, ਜ਼ੀਰੋ ਟੋਲਰੈਂਸ ਫਾਰ ਕਰਪਸ਼ਨ। ਜਿਹੜਾ ਵੀ ਬੰਦਾ ਉਹ ਚੰਨੀ ਸਾਹਿਬ ਸਿੱਧਾ, ਕਿਉਂਕਿ ਸਮੇਂ ਦੇ ਲਿਹਾਜ਼ ਨਾਲ ਜਿਹੜੇ ਮਹਿਮਾਨਾਂ ਵੱਲੋਂ ਸਵਾਲ ਲਏ ਗਏ ਹੈ, ਸ਼ਾਇਦ ਦਰਸ਼ਕ ਵੀ ਜਾਣਨਾ ਚਾਹੁੰਦੇ ਨੇ, ਮੈਂ ਸੰਖੇਪ ਜੀ ਉਹਨਾਂ ਮੁੱਦਿਆਂ ਦੀ ਗੱਲ ਕਰਾਂਗਾ। ਭੁੱਲਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਬਾਹਰਲੇ ਮੁਲਕ ਦੇ ਵਿੱਚ ਕਿਸੇ ਖਾੜਕੂ ਦੀ ਡੈਥ ਹੋ ਗਈ, ਭੋਗ ਦੇ ਸੰਸਕਾਰ ਤੇ ਉਹਨਾਂ ਦੇ ਪਰਿਵਾਰ ਜਾਣਾ ਚਾਹੁੰਦਾ ਸੀ, ਕਿਉਂ ਨਹੀਂ ਉਹਨਾਂ ਦੇ ਪਰਿਵਾਰ ਨੂੰ ਜਾਣ ਦਿੱਤਾ ਗਿਆ? ਇੱਧਰ ਡੈੱਡ ਬਾਡੀ ਲਾਉਣ ਦੀ ਤਾਂ ਗੱਲ ਹੀ ਛੱਡੋ, ਪਰਿਵਾਰ ਨਹੀਂ ਜਾਣ ਦਿੱਤਾ ਗਿਆ। ਦੂਜੀ ਗੱਲ ਡਾਕਟਰ ਬਰਾਗੀ ਹੁਣੀ ਕਹਿੰਦੇ ਹੈ ਕਿ ਜਿਹੜੀ ਹੈਗੀ ਹੈ, ਜਦੋਂ FIR ਦਰਜ ਵੀ ਕੀਤੀ ਗਈ, ਕਿਸ ਪੜਾਅ 'ਚ ਔਰ ਕਿਸ ਸਥਿਤੀ ਦੇ 'ਚ FIR ਦਰਜ ਕੀਤੀਆਂ ਗਈਆਂ, ਫਿਰ ਉਹ ਨਤੀਜੇ ਇਹੋ ਜਿਹੇ ਆਉਣੇ ਸੀ ਨਾ। ਇਸ ਨਜ਼ਰੀਏ ਤੋਂ ਸਵਾਲ ਉੱਠ ਰਿਹਾ ਹੈ ਹਾਕਮ ਧਿਰਾਂ ਦੀ ਪਹੁੰਚ ਦੇ ਉੱਪਰ ਜਾਂ ਉਹਨਾਂ ਦੀ ਕਿਸ ਤਰ੍ਹਾਂ ਦੀ ਨੀਤੀ ਹੈ। ਦੇਖੋ ਸਿੱਧੂ ਸਾਹਿਬ, ਜਿਹੜੇ ਹਿਊਮਨ ਰਾਈਟਸ ਨੇ ਉਹ ਇੱਕ ਬੰਦੇ ਦੇ ਨਹੀਂ, ਇੱਕ ਪਰਿਵਾਰ ਦੇ ਨਹੀਂ, ਸਾਰੀ ਨੇਸ਼ਨ ਦੇ ਵੀ ਨੇ, ਸਾਰੇ ਪੰਜਾਬੀਆਂ ਦੇ ਵੀ ਨੇ। ਹੁਣ ਜਿਹੜੇ ਬਾਹਰ ਬੰਦੇ ਬੈਠੇ ਨੇ ਗਿਣਤੀ ਦੇ, ਜੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਬਦਨਾਮੀ ਕਿਹਦੀ ਹੁੰਦੀ ਹੈ? ਸਾਰੇ ਪੰਜਾਬੀਆਂ ਦੀ। ਤੇ ਜਿਹੜੇ ਬਾਕੀ ਜਿਹੜੀ ਸਾਇਲੈਂਟ ਜਨਤਾ ਹੈਗੀ ਹੈ, ਕੀ ਉਹਨਾਂ ਦਾ ਕੋਈ ਰਾਈਟ ਨਹੀਂ ਹੈਗਾ? ਕੀ ਉਹਨਾਂ ਨੂੰ ਕੋਈ ਠੇਸ ਨਹੀਂ ਪਹੁੰਚਦੀ ਕਿਸੇ ਗੱਲ ਤੋਂ? ਜਿਹੜਾ ਤੁਸੀਂ ਬਦਨਾਮੀ ਕਰ ਰਹੇ ਹੋ, ਦੇਖੋ ਜੇ ਮੈਂ ਕਹਿੰਦਾ ਬਾਰ-ਬਾਰ, ਜੇ ਇਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਹਿੰਦੁਸਤਾਨ ਦੀ ਸਰਕਾਰ ਦੇ ਨਾਲ, ਇਹ ਹਿੰਦੁਸਤਾਨ ਦੇ ਵਿੱਚ ਆ ਕੇ, ਇੱਥੇ ਆ ਕੇ ਕਿਉਂ ਨਹੀਂ ਗੱਲ ਕਰਦੇ? ਇਹ ਬਾਹਰ ਬੈਠੇ ਉੱਥੇ ਅੱਗਾ ਲਾ ਕੇ ਤੇ ਇਹੋ ਜਿਹੀਆਂ ਗੱਲਾਂ ਕਰਕੇ ਦੇਸ਼ ਵਿਰੋਧੀ, ਦੇਸ਼ ਤੋਂ ਹੀ ਫਿਰ ਜ਼ਿਆਦਾ ਉਹਨੂੰ ਮੰਨ ਲੈਣ, ਆਪਣਾ ਮੁਲਕ ਪਿੱਛੇ ਝੱਕ ਨਹੀਂ ਨਾ ਇਹ। ਚਲੋ ਆਪਾਂ ਬਿਲਕੁਲ ਚੰਨੀ ਸਾਹਿਬ, ਚਲੋ ਤੁਹਾਡਾ ਵਿਊ ਪੁਆਇੰਟ ਆ ਗਿਆ। ਆਪਾਂ ਸਮੇਂ ਦੀ ਮੇਰੀ ਸਮੱਸਿਆ ਹੈਗੀ ਹੈ, ਸ਼ਾਇਦ ਭੁੱਲਰ ਸਾਹਿਬ ਇਹ ਕਹਿ ਰਹੇ ਸੀ ਕਿ ਇੱਥੋਂ ਉਹਨਾਂ ਦੇ ਪਰਿਵਾਰ ਨੂੰ ਨਹੀਂ ਜਾਣ ਦਿੱਤਾ ਗਿਆ, ਉਹ ਇੰਨੀ ਗੱਲ ਕਹਿ ਰਹੇ ਸੀ। ਸੰਧੂ ਸਾਹਿਬ ਸਮੇਂ ਦੇ ਲਿਹਾਜ਼ ਨਾਲ ਸੰਖੇਪ ਤੁਸੀਂ ਆਪਣੀ ਗੱਲ ਜ਼ਰੂਰ ਕਹੋ, ਪਰ ਸਮਾਂ ਵੀ ਸੀਮਿਤ ਹੈ। ਮੈਂ ਬਸ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਬਰੇਨ ਸਿੰਘ ਦੀ ਗੱਲ ਕੀਤੀ ਨਾ, ਮੁੱਖ ਮੰਤਰੀ ਦੀ, ਅਸਤੀਫਾ ਉਹਨਾਂ ਕੋਲ ਕਿੱਥੋਂ ਲੈ ਲੈਂਦੇ? 2002 ਦੇ ਵਿੱਚ ਤੇ ਉਹ ਰਾਜਨੀਤਿਕ ਫੁੱਟਬਾਲਰ ਸੀ, ਫਿਰ ਉਹ 16 ਦੇ ਵਿੱਚ ਕਾਂਗਰਸ ਤੋਂ ਨਿਕਲ ਕੇ ਤੇ ਬੀਜੇਪੀ 'ਚ ਆਏ, 17 ਦੇ ਵਿੱਚ ਵੀ ਰਹੇ ਤੇ 22 ਦੇ ਵਿੱਚ ਉਹਨਾਂ ਨੇ ਪੂਰਨ ਬਹੁਮਤ ਲਾ ਕੇ ਦਿੱਤਾ ਸੀ। ਕਿੱਥੋਂ ਉਹਨਾਂ ਨੂੰ ਲਾ ਸਕਦੇ ਆ ਜੀ? ਉਹਨਾਂ ਨੂੰ ਤੇ ਅਸਾਮ ਦਾ ਜਿਹੜਾ ਹਿੰਮਤ ਬਿਸਵਾ ਉਹ ਲੈ ਕੇ ਆਏ ਸੀ। ਇਹਨਾਂ ਨੂੰ ਪਤਾ ਵੀ ਸਾਡੀਆਂ ਸਾਰੀਆਂ ਵੋਟਾਂ ਉੱਥੋਂ ਖਰਾਬ ਹੁੰਦੀਆਂ, ਮਤਾਈ ਤੇ ਹੈਗੇ ਨੇ। ਔਰ ਤੁਸੀਂ ਵੇਖਿਆ ਉਹਨਾਂ ਨੇ ਐਸਪੀ ਜਦੋਂ ਦਰਜਾ ਦੇਣ ਦੀ ਗੱਲ ਆਈ, ਉਦੋਂ ਵੀ ਦੰਗੇ ਹੋਏ ਸੀ। ਇਹ ਉਹਨਾਂ ਨੂੰ ਉਤਾਰ ਨਹੀਂ ਸਕਦੇ। ਸਾਰੀ ਵੋਟ ਬੈਂਕ ਦੀ ਰਾਜਨੀਤੀ ਆ, ਵੋਟ ਬੈਂਕ ਦੀ ਰਾਜਨੀਤੀ ਆ। ਹਰਿਆਣੇ ਦੇ ਵਿੱਚ ਵੀ ਰਾਜਪਾਲ ਮਲਿਕ ਜੀ ਨੇ ਕਿਹਾ ਸੀ ਕਿ 2024 ਦੇ ਇਲੈਕਸ਼ਨ ਤੋਂ ਪਹਿਲਾਂ ਬੀਜੇਪੀ ਕੁਝ ਵੀ ਕਰਾ ਸਕਦੀ ਆ, ਨਤੀਜਾ ਤੁਸੀਂ ਵੇਖ ਲਿਆ। ਓਕੇ, ਥੈਂਕ ਯੂ ਵੈਰੀ ਮਚ ਸੰਧੂ ਸਾਹਿਬ। ਲਾਸਟ ਜਿਹੜਾ ਹੈਗਾ ਛੋਟਾ ਜਿਹਾ ਕਮੈਂਟ ਇਸ ਮੁੱਦੇ ਤੇ ਮੈਂ ਤੁਹਾਡੇ ਕੋਲੋਂ ਵੀ, ਡਾਕਟਰ ਬਰਾਗੀ ਔਰ ਭੁੱਲਰ ਸਾਹਿਬ ਵੱਲ ਵੀ ਫਿਰ ਆਪਾਂ ਆਉਂਦੇ ਹਾਂ। ਚੰਨੀ ਸਾਹਿਬ ਲਾਸਟ ਕਮੈਂਟ ਤੁਹਾਡੇ ਕੋਲੋਂ ਵੀ ਆਪਾਂ ਲੈਂਦੇ ਹਾਂ। ਬਰਾਗੀ ਸਾਹਿਬ। ਹਾਂ ਬਿਲਕੁਲ ਸਭ ਬਿਲਕੁਲ ਸਹੀ ਗੱਲ ਆ। ਜਿਹੜੇ ਪਾਸੇ ਨੂੰ ਆਪਾਂ ਚੱਲ ਰਹੇ ਆ, ਦੇਖੋ ਪੋਲੀਟੀਕਲੀ ਗੇਨ ਤੇ ਲੋਸ ਤਾਂ ਚੱਲਦਾ ਹੀ ਰਹਿੰਦਾ ਵਾ, ਪਰ ਜਿਹੜੀ ਇਹ ਐਕਸਪੈਕਟੇਸ਼ਨਸ ਨਹੀਂ ਹੈਗੀਆਂ ਨਿਊ ਇੰਡੀਆ ਦੀਆਂ, 21ਵੀਂ ਸਦੀ ਦੀਆਂ, ਇਹ ਨਹੀਂ ਹੈਗੀਆਂ ਵੀ ਆਪਾਂ ਇਸ ਤਰ੍ਹਾਂ ਨਾਲ ਕ੍ਰਿਮੀਨਲ ਵਾਇਲੈਂਸ ਕਰਾਈਏ। ਪੰਜਾਬ ਦੇ ਵਿੱਚ ਜਿਹੜਾ ਕੁਝ ਹੋਇਆ ਉਹ ਵੀ ਬਹੁਤ ਮੰਦਭਾਗਾ ਸੀਗਾ, ਤੇ ਜਿਹੜਾ ਕੁਝ ਮਨੀਪੁਰ ਵਿੱਚ ਹੋਇਆ ਉਹ ਵੀ ਬਹੁਤ ਮੰਦਭਾਗਾ ਵਾ। ਤੇ ਬਾਕੀ ਜਿੱਥੋਂ ਤੱਕ ਗੱਲ ਹੈਗੀ ਹਿਊਮਨ ਰਾਈਟਸ ਦੀ, ਮੈਂ ਜੇ ਥੋੜ੍ਹਾ ਜਿਹਾ ਡੈਪਥ 'ਤੇ ਜਾਵਾਂ ਤਾਂ ਇਹ ਬੇਸਿਕ ਰਾਈਟਸ ਨੇ। ਜੇ ਇਹ ਬੇਸਿਕ ਰਾਈਟ ਨੇ ਤਾਂ ਇੰਡੀਵਿਜੂਅਲ ਰਾਈਟ ਨੇ। ਠੀਕ ਆ, ਸਟੇਟ ਦੇ ਕਿਤੇ ਨਾ ਕਿਤੇ ਰਾਈਟਸ ਹੁੰਦੇ ਆ, ਪਰ ਉਹਦੇ ਹਿਊਮਨ ਰਾਈਟਸ ਨਹੀਂ ਹੁੰਦੇ ਆਪਣੇ ਚੰਨੀ ਸਾਹਿਬ। ਤੇ ਠੀਕ ਹੈਗਾ ਵਾ, ਪਰ ਬੇਸਿਕ ਰਾਈਟਸ ਤਾਂ ਹਰੇਕ ਨੂੰ ਪ੍ਰੋਵਾਈਡ ਹੋਣੇ ਹੀ ਚਾਹੀਦੇ ਆ। ਤੇ ਜੇ ਵਾਕਿਆ ਹੀ ਰਾਈਟਸ ਦੇ ਨਾਲ ਡਿਊਟੀਜ਼ ਵੀ ਹੈਗੀਆਂ, ਤਾਂ ਮੈਨੂੰ ਲੱਗਦਾ ਜਿਹੜੀਆਂ ਵਾਇਰਲ ਵੀਡੀਓ ਹੋ ਰਹੀਆਂ ਉਹਨਾਂ ਤੇ ਜ਼ਰੂਰ ਸੰਗਿਆਨ ਲੈਣਾ ਚਾਹੀਦਾ ਵੀ ਅਸੀਂ ਮੁਸਲਮਾਨ ਜਾਂ ਉਸ ਕਮਿਊਨਿਟੀ ਨੂੰ ਬਾਰਡਰੋਂ ਪਾਰ ਕਰ ਦਾਂਗੇ, ਅਸੀਂ ਬੋਲਣ ਨਹੀਂ ਦੇਵਾਂਗੇ, ਅਸੀਂ ਦੁਕਾਨਾਂ ਹਟਾ ਦਾਂਗੇ। ਮਾੜੀ ਗੱਲ ਹੈਗੀ ਆ, ਇਹ ਚੰਗੀ ਗੱਲ ਨਹੀਂ। ਥੈਂਕ ਯੂ ਭੁੱਲਰ ਜੀ। 2 ਲਾਈਨਾਂ ਦਾ ਕਮੈਂਟ ਇਸੇ ਮੁੱਦੇ ਤੇ, ਫਿਰ ਮੈਂ ਬਹਿਸ ਸਮੇਟਣ ਤੋਂ ਪਹਿਲਾਂ ਚੰਨੀ ਸਾਹਿਬ ਦੇ ਕਮੈਂਟ ਜ਼ਰੂਰ ਸੰਖੇਪ 'ਚ।
ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਹਿਊਮਨ ਰਾਈਟਸ ਦੇ ਉੱਤੇ ਮੈਂ ਬਥੇਰਾ ਕੰਮ ਕੀਤਾ ਹੈ, ਔਰ ਹਰਿਆਣਾ ਦੇ ਵਿੱਚ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਲੈ ਕੇ ਆਉਣ 'ਚ ਮੇਰਾ ਬਹੁਤ ਵੱਡਾ ਇੱਕ ਰੋਲ ਰਿਹਾ। ਕਿਉਂਕਿ ਹਿਊਮਨ ਰਾਈਟ ਕਮਿਸ਼ਨ ਨਹੀਂ ਸੀ, 16,000 ਕੇਸ ਮੈਂ ਇੱਕ ਸਾਲ ਦੇ ਵਿੱਚ ਸੈਂਟਰ ਦੇ ਹਿਊਮਨ ਰਾਈਟ ਕਮਿਸ਼ਨ ਨੂੰ ਦਿੱਤੇ ਸੀ। ਉਸ ਤੋਂ ਬਾਅਦ ਹਿਊਮਨ ਰਾਈਟ ਕਮਿਸ਼ਨ ਬਣਿਆ ਸੀ। ਮੈਂ ਚੰਨੀ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਹਿਊਮਨ ਰਾਈਟਸ ਤੇ ਉਹਨਾਂ ਦੇ ਜਿਹੜੇ ਲਖੀਮਪੁਰ 'ਚ ਮਾਰੇ ਗਏ ਵਿਚਾਰੇ, ਹਿਊਮਨ ਰਾਈਟਸ ਤੇ ਉਹਨਾਂ ਦੇ ਵੀ ਜਿਹੜੇ ਭਲਵਾਨ ਜਿਹੜੇ ਨੇ ਜੰਤਰ ਮੰਤਰ ਉੱਤੇ ਡਾਂਗਾ ਖਾ ਰਹੇ ਸੀਗੇ, ਹਿਊਮਨ ਰਾਈਟਸ ਤੇ ਉਹਨਾਂ ਦੇ ਵੀ ਹੈ। ਮੈਂ ਤਾਂ ਹੀ ਕਿਹਾ ਇਹਨਾਂ ਨੂੰ ਬਾਰ-ਬਾਰ ਕਿ ਜਿਹੜੀ ਅੰਮ੍ਰਿਤਪਾਲ ਦੀ ਵਾਈਫ ਹੈ ਉੱਤੇ ਕੋਈ ਕੇਸ ਨਹੀਂ, ਕੋਈ ਕੁਝ ਨਹੀਂ, ਉਹਨੂੰ ਰੋਕਿਆ ਜਾ ਰਿਹਾ ਬਾਰ-ਬਾਰ। ਓਕੇ ਪੁਲਿਸ ਸਾਹਿਬ ਦਾ ਜਵਾਬ ਲੈ ਲਈਏ। ਸੀਗੇ ਜਿਹੜੇ ਬਿਜ਼ਨਸਮੈਨ ਨੇ ਜਿਨ੍ਹਾਂ ਨੂੰ ਤੁਸੀਂ 에ਅਰਪੋਰਟ ਤੋਂ ਵਾਪਸ ਕਰਤਾ ਤੇ ਬਾਅਦ ਜਾ ਕੇ ਜੱਫੀਆਂ ਪਾਈਆਂ ਉਹਨਾਂ ਆਪਾਂ ਜਵਾਬ ਲੈ ਲਈਏ ਪੁਲਿਸ ਸਾਹਿਬ। ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਚੰਨੀ ਸਾਹਿਬ, ਹਿਊਮਨ ਰਾਈਟਸ ਦੀ ਗੱਲ ਆਈ ਹੈ, ਡਾਕਟਰ ਬਰਾਗੀ ਨੇ, ਭੁੱਲਰ ਜੀ ਨੇ ਵੀ ਗੱਲ ਕੀਤੀ ਹੈ। ਸੰਖੇਪ 'ਚ ਮੈਂ ਜਵਾਬ ਜ਼ਰੂਰ ਚਾਹਾਂਗਾ ਬਹਿਸ ਨੂੰ ਸਮੇਟਣ ਤੋਂ ਪਹਿਲਾਂ। ਦੇਖੋ, ਜਿਹੜੇ ਬਰਾਗੀ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਹਿਊਮਨ ਰਾਈਟਸ ਨੇ, ਮੈਂ ਜਿਹੜਾ ਸਟੇਟ ਨਹੀਂ ਮੈਂ ਕਹਿ ਰਿਹਾ, ਮੈਂ ਕਹਿ ਰਿਹਾ ਕਿ ਜਿਹੜੀ ਸਟੇਟ ਹੈ ਉਹ ਵੀ ਬੰਦਿਆਂ ਦੀ ਨਾਲ ਭਰ ਕੇ ਵੀ ਉਹ ਸਟੇਟ ਬਣਦੀ ਹੈ, ਬੰਦਿਆਂ ਦਾ ਭਰ ਕੇ ਸਮਾਜ ਬਣਦਾ ਹੈ। ਮੈਂ ਸਰਕਾਰ ਦੇ ਰਾਈਟਸ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਕਿ ਜਿਹੜੇ ਬਾਕੀ ਬੰਦੇ ਨੇ ਉਹ ਕੀ ਉਹਨਾਂ ਦੇ ਰਾਈਟਸ ਨਹੀਂ ਹੈਗੇ, ਉਹਨਾਂ ਨੂੰ ਰਿਪਰੈਜ਼ੈਂਟ ਕਰ। ਹੁਣ ਮੰਨ ਲਓ ਇੱਕ ਬੰਦਾ ਕਹਿੰਦਾ ਆ ਮੇਰਾ ਰਾਈਟ ਹੈ, ਜਿਹੜਾ ਮੇਰਾ ਰਾਈਟ ਹੈ ਉਹ ਕਿਸੇ ਦੀ ਡਿਊਟੀ ਹੈ, ਜਿਹਦਾ ਉਹਦਾ ਰਾਈਟ ਹੈ ਉਹ ਮੇਰੀ ਡਿਊਟੀ। ਇਹਦਾ ਜਿਹੜਾ ਬੈਲੈਂਸ ਰੱਖਣਾ ਹੁੰਦਾ ਉਹ ਰਾਜ ਸਰਕਾਰਾਂ ਜਾਂ ਕੇਂਦਰ ਸਰਕਾਰਾਂ ਰੱਖਦੀਆਂ ਨੇ ਜਾਂ ਸਾਡੀਆਂ ਅਦਾਲਤਾਂ ਰੱਖਦੀਆਂ ਨੇ। ਉਹ ਦੱਸਦੀਆਂ ਨੇ ਤੁਸੀਂ ਤੁਹਾਡਾ ਫਾਲਟ ਕਿੱਥੇ, ਤੁਹਾਡਾ ਫਾਲਟ ਕਿੱਥੇ। ਚੰਨੀ ਸਾਹਿਬ, ਤੁਸੀਂ ਮੇਰੇ ਨਾਲ ਮੈਨੂੰ ਪਤਾ 100% ਸਹਿਮਤ ਹੋਵੋਗੇ ਵੀ ਜਿਹੜਾ ਬੰਦਾ ਮੈਂਟਲੀ ਸਿੱਕ ਹੈਗਾ ਵਾ ਪ੍ਰੋਫੈਸਰ ਭੁੱਲਰ, ਉਹ ਕੀ ਸਟੇਟ ਲਈ ਤੇ ਕੀ ਦੂਜੇ ਸਟੇਟ ਦੇ ਵਸਿੰਦਿਆਂ ਲਈ ਖਤਰਾ ਹੋ ਜਾਊਗਾ। ਉਹਦੇ ਵੀ ਹਿਊਮਨ ਰਾਈਟਸ ਨੇ, ਜਿਹੜਾ ਕੁਝ ਹੋਣਾ ਸੀ ਪਹਿਲਾਂ ਹੋ ਗਿਆ। ਮੈਂ 100% ਸਹਿਮਤ ਹਾਂ, ਲਾਅ ਨੇ ਆਪਦਾ ਕੰਮ ਕੀਤਾ, ਪਰ ਆਪਾਂ ਨੂੰ ਤਵੱਜੋ ਜ਼ਰੂਰ ਦੇਣੀ ਚਾਹੀਦੀ। ਠੀਕ ਹੈ, ਕਈ ਵਾਰੀ ਮਜਬੂਰੀਆਂ ਹੋ ਜਾਂਦੀਆਂ ਪਾਰਟੀ ਨੂੰ ਡਿਫੈਂਡ ਕਰਨਾ, ਪਰ ਦੇਖਣਾ ਚਾਹੀਦਾ ਵਾ ਵੀ ਕੀ ਹੈ। ਓਕੇ, ਥੈਂਕ ਯੂ ਵੈਰੀ ਮਚ। ਸਾਡੀ ਕੋਈ ਮਜਬੂਰੀ ਨਹੀਂ। ਇੱਕ ਸੈਕਿੰਡ ਸਿੱਧੂ ਸਾਹਿਬ ਜੀ, ਇਹ ਜਿਹੜਾ ਦਿੱਲੀ ਦਾ ਸਟੇਟ ਸੈਂਟੈਂਸ ਰਿਵਿਊ ਬੋਰਡ ਹੈ, ਉਹਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ, ਤੁਸੀਂ ਉਹ ਬੰਦੇ ਬੁਲਾਉਂਦੇ ਨਹੀਂ ਜਿਨ੍ਹਾਂ ਨੇ ਜਵਾਬ ਦੇਣਾ, ਉਹ ਮੀਟਿੰਗ ਹੀ ਨਹੀਂ ਕਰਦੇ। ਚਲੋ, ਸਾਨੂੰ ਕੀ ਮੁੱਦਾ ਕਿਸੇ ਮੁੱਦੇ ਤੇ ਫਿਰ ਆਪਾਂ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਬਹੁਤ ਬਹੁਤ ਧੰਨਵਾਦ ਇਸ ਮੁੱਦੇ ਤੇ ਆਉਣ ਦੇ ਲਈ। ਇਸ ਦੇਸ਼ ਦੇ ਅੰਦਰ ਚਾਹੇ ਪਾਰਲੀਮੈਂਟ ਹੈ ਜਾਂ ਪਾਰਲੀਮੈਂਟ ਤੋਂ ਬਾਹਰ ਕਿਸ ਕਦਰ ਹਾਕਮ ਤੇ ਵਿਰੋਧੀ ਧਿਰਾਂ ਦਾ ਟਕਰਾਅ, ਪਰ ਕਿਧਰੇ ਅਧਿਕਾਰਾਂ ਦੇ ਮਾਮਲੇ ਵੀ ਉੱਠ ਰਹੇ ਹੈ। ਕੀ ਰਾਜਨੀਤੀ ਸੱਤਾ ਹਾਸਲ ਕਰਨ ਲਈ ਲੜੀ ਜਾ ਰਹੀ ਹੈ। ਇਹਨਾਂ ਮੁੱਦਿਆਂ ਤੇ ਜਿਹੜੇ ਵੀ ਮਹਿਮਾਨ ਆਏ, ਆਪਾਂ ਉਹਨਾਂ ਸਤਿਕਾਰਤ ਮਹਿਮਾਨਾਂ ਦੇ ਧੰਨਵਾਦੀ ਹਾਂ। ਤੇ ਇਸ ਦੇ ਨਾਲ ਹੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।